ਇਹ ਸਾਰੇ ਜਾਣਦੇ ਆ ਕਿ ਰਾਜਨੀਤੀ ਦੇ ਜਿਹੜੇ ਲੋਕ ਨੇ ਉਹ ਬਿਨਾਂ ਕਾਰਨ ਤੋਂ ਜਾਂ ਬਿਨਾਂ ਰਾਜਨੀਤੀ ਤੋਂ ਹੋਰ ਕੁਝ ਨਹੀਂ ਕਰਦੇ। ਉੱਥੇ ਜਾਣਾ ਤੇ ਅਮਿਤ ਸ਼ਾਹ ਨੂੰ ਮਿਲਣਾ ਬਿਲਕੁਲ ਸਾਫ਼-ਸਾਫ਼ ਸ਼ਬਦਾਂ ਦੀ ਗੱਲ ਸੀ ਕਿ ਉੱਥੇ ਸਿਆਸਤ ਹੀ ਹੋਣੀ ਆ। 4.5 ਸਾਲ ਦੀ ਕਾਰਜਕਾਰੀ ਜਿਹੜੀ ਸੀ ਉਹਨਾਂ ਨੇ ਉਸ ਵਨ ਮੈਨ ਆਰਮੀ ਨੂੰ ਸਕੈਟਰਡ ਕੀਤਾ। ਉਸ ਆਣ ਨੂੰ ਧੱਬੇ ਜਿਹੜੇ ਆ ਉਹ ਪ੍ਰੋਪਰ ਲੱਗੇ, ਤਦ ਹੀ ਪਾਰਟੀ ਨੇ ਉਹਨਾਂ ਨੂੰ ਉਸ ਚੀਜ਼ ਤੋਂ ਬਾਹਰ ਕੱਢਿਆ। ਕੋਈ 100 ਦੇ ਨੇੜੇ ਤੇੜੇ ਵੱਡੇ ਲੀਡਰ ਕਾਂਗਰਸ ਨੂੰ ਛੱਡ ਕੇ ਇੱਧਰ ਉੱਧਰ ਜਾ ਚੁੱਕੇ ਨੇ ਤੇ ਬਹੁਤੇ ਜਿਹੜੇ ਆ ਉਹ ਬੀਜੇਪੀ ਦੇ ਵਿੱਚ ਹੀ ਗਏ ਨੇ। ਕਿ ਇੰਨੀ ਦੇਰ ਦੀ ਲੱਗੀ ਹੋਈ ਅੱਗ ਜਿਹੜੀ ਆ ਉਹ ਸਿਰਫ 3-4 ਛਿੱਟਿਆਂ ਨਾਲ ਜਲਦੀ ਬੁਝ ਕੇ ਤੇ ਫਿਰ ਉਹਦੇ ਨਾਮੋ ਨਿਸ਼ਾਨ ਵੀ ਮਿਟ ਜਾਣਗੇ ਕਿ ਇੱਥੇ ਹੋਇਆ ਹੀ ਕੁਝ ਨਹੀਂ ਸੀ ਤੇ ਬਿਲਕੁਲ ਬੀਜੇਪੀ ਬਹੁਤ ਚੰਗੀ ਆ ਤੇ ਉਹਨਾਂ ਨੇ ਕਾਨੂੰਨ ਵਾਪਸ ਕਰਵਾਤੇ। ਪਰ ਕਹਿੰਦੇ ਕਿ ਬੀਜੇਪੀ 'ਚ ਮੈਂ ਜਾਣਾ ਨਹੀਂ, ਸਰਕਾਰ ਮੈਂ ਬਣਾਉਣੀ ਨਹੀਂ, ਸਿਆਸਤ ਮੈਂ ਖੇਡਣੀ ਨਹੀਂ, तो फिर कैप्टन करेंगे। वो एक फिल्म च डायलॉग होता है कहना जो मैं बोलता हूँ मैं वो बिल्कुल नहीं करता तो जो मैं नहीं कर बोलता या जो मैं नहीं बताता वो मैं बिल्कुल करता हूँ, ये वो जिहियां गल्लां ने। सो बीजेपी च शामिल होणगे नहीं होणगे ये गल जरूर अद्ध च लटकी हुई है, पर कांग्रेस च नहीं रहणगे ये गल उन्होंने सवेरे दस। ख्वाहिशां वध गईयां या राजनीति दे विच झूठ वाड़ी इन्ना गया, चोरी रोल घचोला करप्शन ਵੱਧਦੀ ਇੰਨੀ ਗਈ कि ਸਾਨੂੰ ਜਿਹੜੇ ਥੋੜੇ ਖਰਾਬ ਨੇ ਉਹ ਹੁਣ ਠੀਕ ਹੀ ਲੱਗਦੇ ਨੇ। ਜਿੱਦਾਂ ਹਰਿਆਣੇ ਦੇ ਵਿੱਚ ਜਾਟ ਅੰਦੋਲਨ ਸੀ, ਰਾਜਸਥਾਨ 'ਚ ਸੀ, ਜਿੱਦਾਂ ਹੁਣ ਇੱਥੇ ਕਿਸਾਨ ਅੰਦੋਲਨ ਆ, ਇਸੇ ਤਰੀਕੇ ਦਾ ਹੀ ਅੰਦੋਲਨ ਜਿਹੜਾ ਉੱਥੇ ਪਾਟੀਦਾਰ ਸਮਾਜ ਦੇ ਵਿੱਚ ਹਾਰਦਿਕ ਪਟੇਲ ਨੇ ਸ਼ੁਰੂ ਕਰ ਦਿੱਤਾ ਸੀ। ਉਮਰ ਉਹਨਾਂ ਦੀ ਵੀ ਬੜੀ ਥੋੜੀ ਆ। ਜਿਹੜੇ ਸਾਡੇ ਦਾਅਵੇ ਨੇ ਜਾਂ ਸਾਡੇ ਜਿਹੜੇ ਵਾਅਦੇ ਨੇ ਇਹ ਨਾ ਤੇ ਦਾਅਵੇ ਨੇ ਨਾ ਵਾਅਦੇ ਨੇ, ਇਹ ਪ੍ਰੋਪਰ ਗਰੰਟੀ ਆ ਅਸੀਂ ਇਹ ਕਿਉਂਕਿ ਅਸੀਂ ਕਰ ਚੁੱਕੇ ਹਾਂ। ਭਗਵੰਤ ਮਾਨ ਵੀ ਕੱਲ੍ਹ ਇਹੀ ਗੱਲ ਕਰਦੇ ਨਜ਼ਰ ਆਏ ਕਿ ਉਹ ਆਪ ਇੱਕ ਰੈਵਨਿਊ ਦੇ ਅਫਸਰ ਰਹਿ ਚੁੱਕੇ ਨੇ, ਇਨਕਮ ਟੈਕਸ ਦੇ ਵਿੱਚ ਅਫਸਰ ਰਹਿ ਚੁੱਕੇ ਨੇ। ਇਹਨਾਂ ਨੂੰ ਸਾਰਾ ਹੀ ਪਤਾ ਹੈ ਕਿ ਪੈਸੇ ਆਉਂਦੇ ਕਿੱਥੋਂ ਆ ਤੇ ਜਾਂਦੇ ਕਿੱਥੋਂ, ਉਹਨਾਂ ਦੀਆਂ ਮੋਰੀਆਂ ਜਿਹੜੀਆਂ ਉਹ ਬੰਦ ਕੀਤੀਆਂ ਜਾਣਗੀਆਂ। ਪਰ ਕੀ ਇਹ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਨੂੰ ਇਹ ਸਾਰਾ ਕੁਝ ਨਜ਼ਰ ਨਹੀਂ ਆਉਂਦਾ? ਨਵੇਂ ਮੁੱਦਿਆਂ ਦੇ ਨਾਲ ਇੱਕ ਵਾਰ ਫਿਰ ਤੋਂ ਵਿਚਾਰ ਚਰਚਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੀ ਸੇਵਾ 'ਚ। ਪੰਜਾਬ ਦੀ ਸਿਆਸਤ ਵਿੱਚ ਨਿਤ ਹੋ ਰਹੀ ਉਤਲ-ਪੁਤਲ, ਪੰਜਾਬ ਦੇ ਕਪਤਾਨ ਦਿੱਲੀ ਵਿੱਚ ਤੇ ਦਿੱਲੀ ਦੇ ਕਪਤਾਨ ਪੰਜਾਬ ਫੇਰੀ ਤੇ, ਇਸ ਦੇ ਨਾਲ ਕੁਝ ਹੋਰ ਚਲੰਤ ਮੁੱਦਿਆਂ ਤੇ ਆਪਣੇ ਮਾਹਿਰ ਮਹਿਮਾਨ ਦੇ ਵਿਚਾਰ ਜਾਣਾਂਗੇ ਤੇ ਸਾਡੇ ਨਾਲ ਅੱਜ ਸਟੂਡੀਓ 'ਚ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ। ਅੰਮ੍ਰਿਤਪਾਲ ਸ਼ਰਮਾ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਤੁਸੀਂ ਬੜੇ ਮੁੱਦੇ ਨਵੇਂ ਕਿੱਥੋਂ ਆਏ ਨੇ? ਕਾਸਮੋਸ 'ਚ ਕੁਝ ਨਵਾਂ ਹੁੰਦਾ ਹੀ ਨਹੀਂ, ਬਸ ਰੂਪ ਹੀ ਬਦਲਦਾ ਸਭ ਕੁਝ। ਨਹੀਂ, ਪਰ ਇਸ ਵੇਲੇ ਸਿਆਸਤ 'ਚ ਰੋਜ਼ ਨਵਾਂ ਕੁਝ ਨਾ ਕੁਝ ਹੋ ਰਿਹਾ ਹੈ। ਕੋਈ ਅਸਤੀਫਾ ਦੇ ਰਿਹਾ ਤੇ ਕੋਈ ਪਾਰਟੀ ਛੱਡ ਕੇ ਜਾ ਚੁੱਕਿਆ ਹੈ। ਇਹ ਰੋਜ਼ ਮਤਲਬ ਜਦੋਂ ਤੱਕ ਇਲੈਕਸ਼ਨ ਮੈਂ ਉਹੀ ਕਿਹਾ ਵੀ ਸਿਰਫ ਰੂਪ ਬਦਲਦੇ ਆ, ਨਵਾਂ ਕੁਝ ਨਹੀਂ ਹੈਗਾ। ਜੀ ਚਲੋ, ਪੰਜਾਬ ਦੇ ਸਾਬਕਾ ਕਪਤਾਨ ਦਿੱਲੀ ਪਹੁੰਚ ਗਏ ਜੀ ਤੇ ਉਹ ਫਿਰ ਮੁੜ ਤੋਂ ਕਪਤਾਨ ਬਣਨ ਦੀ ਤਿਆਰੀ 'ਚ ਨੇ। ਤੇ ਇਸ ਵੇਲੇ ਵੈਸੇ ਅਮਿਤ ਸ਼ਾਹ ਨਾਲ ਮੁਲਾਕਾਤ ਦੇ ਕੀ ਮਾਇਨੇ ਮੰਨਦੇ ਹੋ ਤੁਸੀਂ? ਬਿਲਕੁਲ ਜੀ, ਜਿਸ ਦਿਨ ਉਹਨਾਂ ਤੋਂ ਅਸਤੀਫਾ ਲਿਆ ਸੀ ਉਹਨਾਂ ਨੇ ਉਸ ਦਿਨ ਕਿਹਾ ਸੀ ਕਿ 50 ਸਾਲ ਦਾ ਮੇਰਾ ਰਾਜਨੀਤੀ ਦਾ ਕੈਰੀਅਰ ਹੈ। 50 ਦਾ ਨਹੀਂ ਹੋਏਗਾ, 40 ਦਾ ਹੋਏਗਾ। ਕਾਫੀ ਲੰਬਾ ਅਰਸਾ ਉਹ ਰਾਜਨੀਤੀ 'ਚ ਰਹੇ ਨੇ। ਮੈਂਬਰ ਪਾਰਲੀਮੈਂਟ ਵੀ ਰਹੇ, ਲੀਡਰ ਆਫ ਆਪੋਜੀਸ਼ਨ ਵੀ ਰਹੇ। ਜਦੋਂ ਉਹ ਅਰੁਣ ਜੇਤਲੀ ਨੂੰ ਹਰਾ ਕੇ MP ਬਣ ਕੇ ਦਿੱਲੀ ਗਏ ਤੇ ਉਹਨਾਂ ਨੂੰ ਵਿਰੋਧੀ ਧਿਰ ਦਾ ਲੀਡਰ ਵੀ ਬਣਾਇਆ ਗਿਆ ਜੀ। ਪਰ ਥੋੜ੍ਹੀ ਕੁ ਦੇਰ ਹੀ ਉਹਨਾਂ ਨੇ ਉੱਥੇ ਕੀਤਾ ਕਿਉਂਕਿ ਬਹੁਤ ਸਰਗਰਮ ਜਾਂ ਬਹੁਤ ਐਕਟਿਵ ਪੋਲੀਟਿਕਸ ਨਹੀਂ ਕਰਦੇ। ਥੋੜ੍ਹੀ ਜਿਹੀ ਰਾਜਿਆਂ ਵਾਲੀ ਪੋਲੀਟਿਕਸ ਜਿਹੜੀ ਉਹ ਕਰਦੇ ਨੇ ਜੀ। ਫਿਰ ਅਸਤੀਫੇ ਤੋਂ ਬਾਅਦ ਵੀ ਲਗਾਤਾਰ ਉਹ ਸਿੱਧੂ ਤੇ ਹਮਲੇ ਕਰਦੇ ਰਹੇ ਜਾਂ ਹੋਰ ਵੀ ਕੁਝ ਗੱਲਾਂ ਉਹਨਾਂ ਨੇ ਜਿਹੜੀਆਂ ਕੀਤੀਆਂ। ਬਾਰਡਰ ਸਟੇਟ ਹੋਣ ਦੀ ਗੱਲ ਕੀਤੀ, ਅਰਾਜਕਤਾ ਦੀ ਗੱਲ ਵੀ ਕੀਤੀ ਤੇ ਸਿੱਧੂ ਤੇ ਵੀ ਇੱਕ ਹਮਲਾ ਕੀਤਾ ਕਿ ਉਹ ਜਿਹੋ ਜਿਹੀ ਰਾਜਨੀਤੀ ਕਰਦੇ ਨੇ ਉਹ ਡਿਜ਼ਾਸਟਰ ਨੇ ਤੇ ਉਹ ਬਹੁਤ ਦੇਰ ਤੱਕ ਸਟੇਬਲ ਨਹੀਂ ਰਹਿ ਸਕਦੇ ਜਾਂ ਸਸਟੇਨੇਬਲ ਨਹੀਂ ਹੈਗੇ। ਹੋਰ ਵੀ ਕੁਝ ਗੱਲਾਂ ਉਹਨਾਂ ਨੇ ਕੀਤੀਆਂ। ਉਹਨਾਂ ਦੇ ਪਾਕਿਸਤਾਨ ਨਾਲ ਸੰਬੰਧਾਂ ਦੀਆਂ ਗੱਲਾਂ ਕੀਤੀਆਂ। ਉਹਦੇ ਅਸੀਂ ਚੁਟਕਲੇ ਵੀ ਫਿਰ ਫੇਸਬੁੱਕ ਤੇ ਜਾਂ ਜਿਹੜੇ ਸੋਸ਼ਲ ਮੀਡੀਆਜ਼ ਦੇ ਪਲੇਟਫਾਰਮਸ ਆ ਉਹਦੇ ਤੇ ਦੇਖੇ। ਬੀਤੇ ਦਿਨ ਹੀ ਜਿਸ ਦਿਨ ਉਹ ਜਾ ਰਹੇ ਸੀ ਦਿੱਲੀ ਨੂੰ, ਉਸੇ ਦਿਨ ਨਵਜੋਤ ਸਿੰਘ ਸਿੱਧੂ ਨੇ ਫਿਰ ਅਸਤੀਫਾ ਦੇ ਦਿੱਤਾ। ਜਿਹਨੂੰ ਤੁਸੀਂ ਨਵੇਂ ਮੁੱਦੇ ਕਹਿੰਦੇ ਆ, ਬਿਲਕੁਲ ਠੀਕ ਆ ਕਿ ਘਟਨਾਕ੍ਰਮ ਬਹੁਤ ਫਾਸਟ ਹੋ ਰਿਹਾ। ਜਿੱਦਾਂ ਕਿਸੇ ਜ਼ਮਾਨੇ 'ਚ 5 ਡੇ ਕ੍ਰਿਕਟ ਹੁੰਦਾ ਸੀਗਾ, ਟੈਸਟ ਮੈਚ ਤੋਂ ਬਾਅਦ ਫਿਰ 1 ਡੇ ਆਇਆ ਤੇ 1 ਡੇ ਫਾਸਟ ਲੱਗਦਾ ਸੀ। ਹੁਣ ਜਦੋਂ 2020 ਆ ਗਿਆ ਤੇ ਉਹ ਲੱਗਦਾ ਕਿ ਇਹ ਫਾਸਟ ਆ, 1 ਡੇ ਵੀ ਠੀਕ ਹੀ ਆ।
ਇਸੇ ਤਰੀਕੇ ਨਾਲ ਇਲੈਕਸ਼ਨ ਹੋ ਜਾਂਦੀਆਂ ਸੀ, ਸਰਕਾਰਾਂ ਬਣ ਜਾਂਦੀਆਂ ਸੀ, ਸਰਕਾਰਾਂ ਆਪਣੇ ਕੰਮਕਾਰ ਕਰਦੀਆਂ ਸੀ ਤੇ ਅਗਲੀ ਵਾਰ ਜਦੋਂ ਚੋਣ ਜਾਬਤਾ ਲੱਗਦਾ ਫੇਰ ਹੀ ਉਹਦੀ ਜਿਹੜੀ ਗੱਲਬਾਤ ਕਿਤੇ ਸੁਣਨ ਨੂੰ ਮਿਲਦੀ ਸੀ ਜੀ। ਪਰ ਹੁਣ ਬਿਲਕੁਲ ਉਸੇ ਦਿਨ ਦੋਨੋਂ ਬਰਾਬਰ ਘਟਨਾਵਾਂ ਹੋ ਰਹੀਆਂ ਸੀ। ਗੱਲਾਂ ਤੇ ਕਰ ਰਹੇ ਸੀ ਅਸੀਂ ਕਿ ਕੈਪਟਨ ਸਾਹਿਬ ਦਿੱਲੀ ਜਾ ਰਹੇ ਨੇ, ਪਿਛਲੇ 3-4 ਦਿਨ ਤੋਂ ਇਹ ਗੱਲਾਂ ਉੱਡ ਰਹੀਆਂ ਸੀ। ਅਸੀਂ ਵੀ ਇਹ ਗੱਲ ਕੀਤੀ ਸੀ ਕਿ ਉਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਮੇਰੇ ਕੋਲ ਬਹੁਤ ਸਾਰੇ ਰਸਤੇ ਨੇ, ਮੈਂ ਬਹੁਤ ਸਾਰੇ ਦੋਸਤ ਬਣਾਏ ਨੇ, ਤੇ ਅਸੀਂ ਉਹ ਗੱਲ ਕੀਤੀ ਸੀ ਵੀ ਇਹਨਾਂ ਕੋਲ ਜਿਹੜੇ ਦੋਸਤ ਆ ਉਹਨਾਂ ਦੀ ਗਿਣਤੀ ਹੋ ਸਕਦਾ ਬਹੁਤ ਹੋਵੇ ਪਰ ਰਾਜਨੀਤੀ 'ਚ ਜਿਹੜੇ ਖੁੱਲ੍ਹੇ ਦਰਵਾਜ਼ੇ ਆ ਉਹ ਇੱਕ ਅੱਧਾ ਹੀ ਬਚਦਾ ਤੇ ਉਸੇ ਦਰਵਾਜ਼ੇ ਨੂੰ ਇਹਨਾਂ ਨੇ ਜਾਣ ਦੀ ਗੱਲ ਸੋਚੀ ਸੀ। ਪਰ ਉਸੇ ਦਿਨ ਨਾਲ ਦੀ ਨਾਲ ਵੱਡੀ ਖਬਰ ਫਲੈਸ਼ ਹੋਣੀ ਹੋ ਗਈ ਕਿ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ। ਤੇ ਉਹ ਫਿਰ ਘਟਨਾਵਾਂ ਜਿਹੜੀਆਂ ਉਹ ਇਸ ਤਰੀਕੇ ਨਾਲ ਘਟੀਆਂ ਕਿ ਜਦੋਂ ਦਿੱਲੀ ਜਾ ਕੇ ਇਹਨਾਂ ਨੂੰ ਪੱਤਰਕਾਰਾਂ ਨੇ ਏਅਰਪੋਰਟ ਤੇ ਹੀ ਪੁੱਛਿਆ ਕਿ ਤੁਸੀਂ ਨਵਜੋਤ ਸਿੰਘ ਸਿੱਧੂ ਬਾਰੇ ਕੀ ਕਹਿਣਾ ਚਾਹੁੰਦੇ, ਤੇ ਉਹਨਾਂ ਨੇ ਫਿਰ ਉਹੀ ਬਿਆਨ ਕਿਹਾ ਕਿ ਮੈਂ ਤਾਂ ਇਹਦੇ ਬਾਰੇ ਪਹਿਲਾਂ ਹੀ ਦੱਸਤਾ ਸੀਗਾ ਕਿ ਇਹਨੇ ਟਿਕਣਾ ਨਹੀਂ। ਇਹ ਸ਼ਬਦ ਜਿਹੜੇ ਉਹਨਾਂ ਨੇ ਵਰਤੇ ਕਿ ਇਹ ਸਥਾਈ ਨਹੀਂ ਆ, ਟਿੱਕੇ ਨਹੀਂ ਬੈਠਦੇ, ਇਹ ਬਹੁਤ ਤੇਜ਼ੀ 'ਚ ਨੇ, ਉਤੇਜਨਾ 'ਚ ਨੇ, ਤੇ ਰਾਜਨੀਤੀ ਜਿਹੜੀ ਆ ਉਹ ਕ੍ਰਿਕਟ ਨਹੀਂ ਹੈ, ਇੱਦਾਂ ਨਹੀਂ ਚੱਲਦਾ। ਤੇ ਨਾਲ ਦੀ ਨਾਲ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਫਿਰ ਉਹੀ ਰਾਜਨੀਤੀ ਵਾਲਾ ਗੋਲਮੋਲ ਜਿਹਾ ਜਵਾਬ ਕਿ ਨਹੀਂ, ਮੈਂ ਤੇ ਸਿਰਫ ਜਿਹੜਾ ਇੱਥੇ ਪੰਜਾਬ ਦੇ ਮੁੱਖ ਮੰਤਰੀ ਦਾ ਸਰਕਾਰੀ ਨਿਵਾਸ ਆ ਕਪੂਰਥਲਾ ਹਾਊਸ ਉਹ ਖਾਲੀ ਕਰਨ ਆਇਆ ਤੇ ਮੇਰਾ ਇੱਥੇ ਕਿਸੇ ਵੀ ਲੀਡਰ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਜਾਂ ਪਲਾਨ ਨਹੀਂ ਹੈਗਾ। ਤੇ ਇਹ ਗੱਲ ਫਿਰ ਉਹੀ ਸੂਤਰ ਜਿਹੜੇ ਉਹ ਕਹਿੰਦੇ ਸੀਗੇ ਕਿ ਕਾਂਗਰਸ ਹਾਈ ਕਮਾਂਡ ਨਾਲ ਮਿਲਣ ਦਾ ਇਹਨਾਂ ਦਾ ਕੋਈ ਪਲਾਨ ਨਹੀਂ ਹੈ ਕਿ ਟਾਈਮ ਉੱਧਰੋਂ ਕਿਤੇ ਉਹ ਨਹੀਂ ਲਿਆ ਗਿਆ। ਤੇ ਸੂਤਰਾਂ ਨੂੰ ਖਬਰ ਤਾਂ ਸੀ, ਫਲੈਸ਼ ਹੋ ਰਹੀਆਂ ਸੀ ਵੱਖ-ਵੱਖ ਕਿ ਇਹ ਬੀਜੇਪੀ ਦੇ ਵਿੱਚ ਵੱਡੇ ਅਧਿਕਾਰੀਆਂ ਨੂੰ ਮਿਲਣਗੇ। ਅਮਿਤ ਸ਼ਾਹ ਨਾਲ ਮਿਲਣ ਦੀ ਗੱਲ ਵੀ ਜਿਹੜੀ ਆ ਉਹ ਬਿਲਕੁਲ ਸਟੀਕ ਤੌਰ ਤੇ ਕਹਿ ਰਹੇ ਸੀ ਜਿਹੜੇ ਲੋਕ ਰਾਜਨੀਤੀ ਨੂੰ ਬਹੁਤ ਘੋਖਦੇ ਨੇ ਜਾਂ ਦਿੱਲੀ ਦਰਬਾਰ ਤੱਕ ਜਿਨ੍ਹਾਂ ਨੇ ਆਪਣੀਆਂ ਗੋਟੀਆਂ ਫਿੱਟ ਕੀਤੀਆਂ ਹੋਈਆਂ ਅਫਸਰਸ਼ਾਹੀ 'ਚ ਨੇ ਜਾਂ ਪਾਰਟੀਆਂ ਦੇ ਵਿੱਚ ਪੱਤਰਕਾਰਾਂ ਦੇ ਕੁਝ ਚੰਗੇ ਰਿਲੇਸ਼ਨਸ ਨੇ, ਉਹਨਾਂ ਨੂੰ ਇਹ ਖਬਰ ਜਿਹੜੀ ਆ ਉਹ ਮਿਲੀ ਹੋਈ ਸੀ। ਪਰ ਉਹਨਾਂ ਨੇ ਬਹੁਤ ਸਾਫ਼-ਸਾਫ਼ ਇਨਕਾਰ ਕੀਤਾ ਸੀਗਾ ਕਿ ਨਹੀਂ, ਬਿਲਕੁਲ ਮੈਂ ਕਿਸੇ ਨੂੰ ਮਿਲਣ ਨਹੀਂ ਆਇਆ, ਮੈਂ ਤਾਂ ਸਿਰਫ ਕਪੂਰਥਲਾ ਹਾਊਸ ਖਾਲੀ ਕਰਨ ਆਇਆ। ਤੇ ਅਸੀਂ ਚਾਹੇ ਉਹ ਗੋਟੀਆਂ ਫਿੱਟ ਨਹੀਂ ਕੀਤੀਆਂ ਪਰ ਉਸ ਜਵਾਬ ਤੋਂ ਇਹ ਗੱਲ ਸਮਝ ਆਉਂਦੀ ਸੀਗੀ ਕਿ ਇਹ ਮੁੱਖ ਮੰਤਰੀ ਨੇ, ਸਾਬਕਾ 2 ਵਾਰ ਦੇ ਲੀਡਰ ਆਫ ਅਪੋਜੀਸ਼ਨ ਵੀ ਰਹੇ, MP ਵੀ ਰਹੇ, ਤੇ ਇੱਕ ਰਾਜੇ ਦੀ ਜਿਹੜੀ ਫੈਮਿਲੀ ਉਹਨੂੰ ਵੀ ਬਿਲੋਂਗ ਕਰਦੇ ਆ। ਆਲਾ ਸਿੰਘ ਜਿਹੜੇ ਇਹਨਾਂ ਦੇ ਇੱਕ ਬਜ਼ੁਰਗ ਸੀ, ਉਹਨਾਂ ਦੇ ਨਾਂ ਤੋਂ ਹੀ ਇਹ ਪਟਿਆਲਾ ਬਣਾਇਆ, ਉਹਨਾਂ ਨੇ ਹੀ ਪਟਿਆਲੇ ਦਾ ਨੀਂਹ ਪੱਥਰ ਰੱਖਿਆ ਤੇ ਇੱਕ ਵੱਡਾ ਸ਼ਹਿਰ ਆ ਤੇ ਉੱਥੇ ਇਹਨਾਂ ਦਾ ਜਿਹੜੀ ਰਿਆਸਤ ਲੰਬਾ ਸਮਾਂ ਚੱਲਦੀ ਰਹੀ ਆ। ਉਸ ਰਿਆਸਤ ਦੇ ਦੌਰਾਨ ਕੀ ਹੋਇਆ ਅਸੀਂ ਉੱਧਰ ਨੂੰ ਨਹੀਂ ਜਾਂਦੇ, ਅੱਜ ਆਪਾਂ ਇਤਿਹਾਸ ਨਹੀਂ ਪੜ੍ਹਦੇ ਇਹਨਾਂ ਦਾ। ਪਰ ਇੱਕ ਸਾਬਕਾ ਮੁੱਖ ਮੰਤਰੀ ਦਾ ਦਿੱਲੀ ਆ ਕੇ ਇਹ ਕਹਿਣਾ ਕਿ ਮੈਂ ਕਿਸੇ ਨੂੰ ਮਿਲਣ ਲਈ ਨਹੀਂ ਆਇਆ, ਮੈਂ ਤਾਂ ਸਿਰਫ ਆਪਣਾ ਘਰ ਖਾਲੀ ਕਰਨ ਆਇਆ, ਤੇ ਇੰਨਾ ਕੰਮ ਤੇ ਉਹ ਕਿਸੇ ABC XYZ ਤੋਂ ਕਹਿ ਕੇ ਕਰਵਾ ਸਕਦੇ ਸੀ ਕਿ ਜੋ ਉੱਥੇ ਹੈਗਾ ਉਹਨੂੰ ਖਾਲੀ ਕਰ ਦਿਓ। ਇਹ ਕਿਹੜਾ ਉੱਥੇ ਆਪ ਬੈਠੇ ਸੀ ਜਿਹੜਾ ਇਹਨਾਂ ਨੇ ਆਪਣਾ ਸਮਾਨ ਆਪ ਚੁੱਕ ਕੇ ਲਿਆਉਣਾ ਸੀ, ਇੱਦਾਂ ਦੀ ਕੋਈ ਗੱਲ ਨਹੀਂ ਸੀ। ਹਾਂ, ਪਰ ਫਿਰ ਗੱਲ ਉੱਥੇ ਹੀ ਆ ਕਿ ਤੁਸੀਂ ਅੱਜ ਇੱਕ ਬਿਆਨ ਦਿੱਤਾ ਕਿ ਮੈਂ ਇੱਥੇ ਕਿਸੇ ਨੂੰ ਮਿਲਣ ਨਹੀਂ ਆਇਆ, ਦੂਸਰੇ ਦਿਨ ਤੁਸੀਂ ਫਿਰ ਮਿਲੇ ਵੀ, ਪੱਤਰਕਾਰਾਂ ਨੂੰ ਬਾਅਦ ਵਿੱਚ ਨਹੀਂ ਮਿਲੇ, ਪਰ ਗੱਲਾਂ ਉੱਧਰੋਂ ਅਮਿਤ ਸ਼ਾਹ ਨੇ ਵੀ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਕਿ ਕੀ ਹੋਇਆ ਕੀ ਨਹੀਂ ਹੋਇਆ। ਪਰ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਫਿਰ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਲਿਖਿਆ ਕਿ ਮੈਂ ਅੱਜ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਫਾਰਮਰਾਂ ਦੇ ਹਿੱਤ ਵਿੱਚ, ਪੰਜਾਬ ਦੇ ਕਿਸਾਨਾਂ ਦੇ ਜਾਂ ਭਾਰਤ ਦੇ ਕਿਸਾਨਾਂ ਦੇ ਹਿੱਤ ਵਿੱਚ ਉਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਜਿਹੜੀ ਅਪੀਲ ਆ ਉਹ ਕੀਤੀ ਆ। ਸੋ ਅਸੀਂ ਇਹ ਸਾਰੇ ਜਾਣਦੇ ਹਾਂ ਕਿ ਰਾਜਨੀਤੀ ਦੇ ਜਿਹੜੇ ਲੋਕ ਨੇ ਉਹ ਬਿਨਾਂ ਕਾਰਨ ਤੋਂ ਜਾਂ ਬਿਨਾਂ ਰਾਜਨੀਤੀ ਤੋਂ ਹੋਰ ਕੁਝ ਨਹੀਂ ਕਰਦੇ। ਉੱਥੇ ਜਾਣਾ ਤੇ ਅਮਿਤ ਸ਼ਾਹ ਨੂੰ ਮਿਲਣਾ ਬਿਲਕੁਲ ਸਾਫ਼-ਸਾਫ਼ ਸ਼ਬਦਾਂ ਦੀ ਗੱਲ ਸੀ ਕਿ ਉੱਥੇ ਸਿਆਸਤ ਹੀ ਹੋਣੀ ਆ। ਪੰਜਾਬ ਦੀ ਆਉਣ ਵਾਲੇ ਸਮੇਂ ਦੀ ਰਣਨੀਤੀ ਆ। ਕਾਂਗਰਸ ਤੋਂ ਜਿੱਦਾਂ ਉਹਨਾਂ ਨੂੰ ਕੱਢਿਆ ਗਿਆ ਜਾਂ ਜਿੱਦਾਂ ਉਹਨਾਂ ਨੇ ਕਿਹਾ ਕਿ ਮੈਨੂੰ ਜਲਾਲਤ ਜਿਹੜੀ ਝੱਲਣੀ ਪਈ ਆ ਜਾਂ ਮੈਨੂੰ ਨਮੋਸ਼ੀ ਝੱਲਣੀ ਪਈ ਆ ਜਾਂ ਮੇਰੀ ਤੁਸੀਂ ਇੱਕ ਸਮ ਸੌਰਟ ਆਫ ਇਨਸਲਟ ਕੀਤੀ ਆ, ਉਹਦਾ ਇੱਕ ਵੈਂਡੇਟਾ ਜਾਂ ਉਹਦੇ ਹੁਣ ਜਵਾਬ ਦੇ ਵਿੱਚ ਇਹਨਾਂ ਨੇ ਕੀ ਕਰਨਾ ਆ, ਉਹ ਜਿਹੜੀਆਂ ਸਾਰੀਆਂ ਕੀਲੀਆਂ ਆ ਉਹਨਾਂ ਨੂੰ ਗੋਟੀਆਂ ਨੂੰ ਫਿੱਟ ਕਰਨ ਦੀ ਜਿਹੜੀ ਗੱਲਬਾਤ ਆ ਉਹਨੂੰ ਹੀ ਲੈ ਕੇ ਉੱਥੇ ਗਏ ਸੀ। ਇੱਕ ਕਹਾਵਤ ਹੈਗੀ ਆ, ਹਾਲਾਂਕਿ ਬਹੁਤੀ ਚੰਗੀ ਨਹੀਂ ਤੇ ਬਹੁਤੀ ਢੁੱਕਵੀਂ ਵੀ ਨਹੀਂ, ਪਰ ਆਪਾਂ ਬੋਲ ਦਿੰਦੇ ਹਾਂ। ਇੱਕ ਸਥਿਤੀ ਬਣਦੀ ਆ ਜਦੋਂ ਕਹਿੰਦੇ ਆ ਕਿ ਮੱਝ ਭੁੱਖੀ ਸੀ ਤੇ ਤੂੜੀ ਗਲੀ ਹੋਈ ਸੀ। ਸੋ ਮੱਝ ਦੀ ਵੀ ਮਜਬੂਰੀ ਸੀ ਤੇ ਤੂੜੀ ਦੀ ਵੀ ਮਜਬੂਰੀ ਸੀ ਕਿ ਉਹਦਾ ਵੀ ਜਿਹੜਾ ਕਾਰਿਆਕਾਲ ਸੀ ਉਹ ਖਤਮ ਸੀ। ਬੀਜੇਪੀ ਦੇ ਪੰਜਾਬ ਦੇ ਵਿੱਚ ਹਾਲਾਤ ਵੀ ਇਹੋ ਜਿਹੇ ਨੇ ਕਿ ਉਹਨਾਂ ਨੂੰ ਵੀ ਇੱਥੇ ਕੁਝ ਨਹੀਂ ਲੱਭਦਾ ਤੇ ਕੈਪਟਨ ਸਾਹਿਬ ਹੁਣ ਬਿਲਕੁਲ ਗੁੱਸੇ ਵਾਲੀ ਸਥਿਤੀ ਦੇ ਵਿੱਚ ਵੀ ਹਨ ਤੇ ਇੱਧਰੋਂ ਬਾਹਰ ਕੱਢੇ ਹੋਣ ਵਾਲੀ ਸਥਿਤੀ ਦੇ ਵਿੱਚ ਵੀ ਹਨ। ਤੇ ਇੱਕ ਉਮਰ ਦੇ ਪੜਾਅ 'ਤੇ ਜਾ ਕੇ ਫਿਰ ਉਹ ਜਿਹੜੀ ਹੇਠੀ ਆ ਉਹ ਮਹਿਸੂਸ ਵੀ ਹੁੰਦੀ ਆ ਕਿ ਮੈਨੂੰ ਪਾਰਟੀ ਨੇ ਬਾਹਰ ਕੱਢ ਦਿੱਤਾ ਗਿਆ, ਜਦ ਕਿ ਇਸੇ ਪਾਰਟੀ ਦੇ ਵਿੱਚ ਉਹਨਾਂ ਨੇ 17 ਦੇ ਵਿੱਚ ਜਿਹੜੀਆਂ ਚੋਣਾਂ ਸੀ ਉਹ ਇਹਨਾਂ ਦੇ ਹੀ
ਫੇਸ ਤੇ ਲੜੀਆਂ ਗਈਆਂ। ਜੀ ਜੇ ਦਰਸ਼ਕ ਇਸ ਗੱਲ ਨੂੰ ਯਾਦ ਕਰਨ ਕਿ 17 ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਪੋਸਟਰ ਜਾਂ ਬੈਨਰ ਲੱਗੇ ਸੀ ਉਹਨਾਂ ਦੇ ਵਿੱਚ ਹਾਈ ਕਮਾਂਡ ਦੇ ਕਿਸੇ ਬੰਦੇ ਦੀ ਫੋਟੋ ਵੀ ਨਹੀਂ ਸੀ ਲੱਗੀ ਹੋਈ। ਜੀ ਬਿਲਕੁਲ ਉਸੇ ਤਰੀਕੇ ਨਾਲ ਜਿੱਦਾਂ 14 ਦੇ ਵਿੱਚ ਨਰਿੰਦਰ ਮੋਦੀ ਵਨ ਮੈਨ ਆਰਮੀ ਦੇ ਤੌਰ ਤੇ ਪੂਰੇ ਦੇਸ਼ ਦੇ ਵਿੱਚ ਪੇਸ਼ ਹੋਏ ਸੀ, ਇਦਾਂ ਹੀ 17 ਦੀਆਂ ਪੰਜਾਬ ਇਲੈਕਸ਼ਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵਨ ਮੈਨ ਆਰਮੀ ਦੇ ਤੌਰ ਤੇ ਪੇਸ਼ ਕੀਤੇ ਗਏ। 4.5 ਸਾਲ ਦੀ ਕਾਰਜਕਾਰੀ ਜਿਹੜੀ ਸੀ ਉਹਨਾਂ ਨੇ ਉਸ ਵਨ ਮੈਨ ਆਰਮੀ ਨੂੰ ਸਕੈਟਰਡ ਕੀਤਾ, ਉਸ ਸ਼ਖਸੀਅਤ ਨੂੰ, ਉਸ ਆਣ ਨੂੰ ਧੱਬੇ ਜਿਹੜੇ ਆ ਉਹ ਪ੍ਰੋਪਰ ਲੱਗੇ, ਤਦ ਹੀ ਪਾਰਟੀ ਨੇ ਉਹਨਾਂ ਨੂੰ ਉਸ ਚੀਜ਼ ਤੋਂ ਬਾਹਰ ਕੱਢਿਆ। ਜੀ ਕੈਪਟਨ ਅਮਰਿੰਦਰ ਸਿੰਘ ਪਹਿਲੇ ਦਿਨ ਕਹਿੰਦੇ ਨੇ ਕਿ ਮੈਂ ਆਪਣਾ ਘਰ ਖਾਲੀ ਕਰਨ ਆਇਆ, ਦੂਜੇ ਦਿਨ ਗ੍ਰਹਿ ਮੰਤਰੀ ਨਾਲ ਮੁਲਾਕਾਤ ਹੋ ਜਾਂਦੀ ਹੈ, ਮੁਲਾਕਾਤ ਤੋਂ ਬਾਅਦ ਕਹਿ ਦਿੰਦੇ ਨੇ ਕਿ ਟਵੀਟ ਕਰਕੇ ਕਿ ਮੈਂ ਕਿਸਾਨੀ ਮੁੱਦਿਆਂ ਦੇ ਹੱਲ ਲਈ ਮਿਲਿਆ ਸੀ। ਹੁਣ ਕੈਪਟਨ ਦੀ ਜ਼ੁਬਾਨ ਤੇ ਕਿੰਨਾ ਕੁ ਭਰੋਸਾ ਕੀਤਾ ਜਾਏ? ਦੇਖੋ, ਭਰੋਸਾ ਤੇ ਇਹ ਤੁਹਾਡੀ ਆਪਣੀ ਕਰਨ ਵਾਲੀ ਚੀਜ਼ ਆ ਕਿ ਤੁਸੀਂ ਕਰਨਾ ਆ ਕਿ ਨਹੀਂ ਕਰਨਾ। ਤੇ ਰਾਜਨੀਤੀ ਵਾਲਾ ਤੇ ਜੇ ਭਰੋਸਾ ਕਰਨਾ ਤੇ ਫਿਰ ਤੁਸੀਂ ਆਪਣੇ ਕੀ ਕਹਿੰਦੇ ਨੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਵੇਗੀ। ਪਰ ਹੁਣ ਗੱਲ ਇੱਥੇ ਤੱਕ, ਇਹ ਤਾਂ ਗੱਲ ਅਸੀਂ ਕੀਤੀ ਕਿ ਉਹਨਾਂ ਨੇ ਕਿਹਾ ਸੀ ਕਿ ਮੈਂ ਨਹੀਂ ਮਿਲਣਾ, ਬਾਅਦ ਵਿੱਚ ਉਹ ਮਿਲੇ, ਉਹਨਾਂ ਦੀ ਪਰਸਨਲ ਇੱਛਾ ਆ, ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀਗਾ ਕਿ ਉਹਨਾਂ ਨੇ ਉੱਥੇ ਮਿਲਣਾ ਹੈ। ਪਰ ਹੁਣ ਮਿਲਣ ਤੋਂ ਬਾਅਦ ਦੀਆਂ ਸਥਿਤੀਆਂ ਦਾ ਵੀ ਅੰਕ ਲੈਂਦੇ ਹਾਂ। ਬਹੁਤ ਸਾਰੇ ਲੋਕ ਬਹੁਤ ਕਾਹਲ 'ਚ ਇਹ ਸੋਚਦੇ ਨੇ ਕਿ ਉਹਨਾਂ ਨੂੰ ਖੇਤੀ ਮੰਤਰੀ ਬਣਾਇਆ ਜਾਵੇਗਾ ਜੀ, ਜਾਂ ਰਾਜ ਸਭਾ 'ਚ ਉਹਨਾਂ ਦੀ ਐਂਟਰੀ ਕਰਾ ਕੇ ਬੀਜੇਪੀ 'ਚ ਸ਼ਾਮਲ ਕਰਾਇਆ ਜਾਵੇਗਾ, ਜਿੱਦਾਂ ਬਹੁਤ ਸਾਰੇ ਲੀਡਰਾਂ ਨੂੰ ਬੀਜੇਪੀ ਨੇ ਪਿਛਲੇ ਸਮੇਂ ਤੋਂ ਜੁਆਇਨ ਕਰਵਾਇਆ। ਤੁਸੀਂ ਹੁਣੇ ਗੱਲ ਕਰਦੇ ਸੀ ਕਿ ਪਿਛਲੇ 7 ਸਾਲਾਂ ਦੇ ਵਿੱਚ ਕੋਈ 100 ਦੇ ਨੇੜੇ ਤੇੜੇ ਵੱਡੇ ਲੀਡਰ ਕਾਂਗਰਸ ਨੂੰ ਛੱਡ ਕੇ ਇੱਧਰ ਉੱਧਰ ਜਾ ਚੁੱਕੇ ਨੇ, ਤੇ ਬਹੁਤੇ ਜਿਹੜੇ ਆ ਉਹ ਬੀਜੇਪੀ ਦੇ ਵਿੱਚ ਹੀ ਗਏ ਨੇ। ਦੇਖਣਾ ਬਣਦਾ ਕਿ ਉਹ ਇੰਨੀ ਜਲਦੀ ਬੀਜੇਪੀ ਨੂੰ ਸਿੱਧੇ ਤੌਰ ਤੇ ਜੁਆਇਨ ਕਰਨਗੇ ਜਾਂ ਇਹਨਾਂ ਕਾਨੂੰਨਾਂ ਨੂੰ ਰੀਪੀਲ ਕਰਵਾ ਕੇ। ਕਿਉਂਕਿ ਖਬਰਾਂ ਜਿਹੜੀਆਂ ਆ ਇਹ ਦਿੱਲੀ ਦਰਬਾਰ ਤੋਂ 15 ਕੁ ਦਿਨਾਂ ਤੋਂ ਚੱਲ ਰਹੀਆਂ ਕਿ ਬੀਜੇਪੀ ਦੀ ਜਿਹੜੀ ਕੇਂਦਰ ਸਰਕਾਰ ਆ ਇਹਨਾਂ ਕਾਨੂੰਨਾਂ ਨੂੰ ਹੁਣ ਇਹਨਾਂ ਤੋਂ ਪਿੱਛਾ ਛਡਾਉਣਾ ਚਾਹੁੰਦੀ ਆ, ਇਸ ਮਸਲੇ ਦਾ ਕੋਈ ਹੱਲ ਲੱਭਦੇ ਆ, ਛੇਤੀ ਕਰਨਾ ਚਾਹੁੰਦੇ ਆ, ਕਿਉਂਕਿ ਚੋਣਾਂ ਜਿਹੜੀਆਂ ਆ ਉਹ ਬਹੁਤ ਨੇੜੇ ਆ। ਪੰਜਾਬ ਦੀਆਂ ਚੋਣਾਂ ਦਾ ਉਹਨਾਂ ਦੇ ਉੱਤੇ ਹਾਲੇ ਸ਼ਾਇਦ ਘੱਟ ਅਸਰ ਪੈਂਦਾ ਹੋਵੇ, ਪਰ ਯੂਪੀ ਦੀਆਂ ਚੋਣਾਂ ਜਿਹੜੀਆਂ ਉਹਨਾਂ ਲਈ ਉਹ ਬਹੁਤ ਇੰਪੋਰਟੈਂਟ ਨੇ ਤੇ ਹਾਲਾਤ ਜਿਹੜੇ ਉੱਥੇ ਵੀ ਬਹੁਤੇ ਸਾਜ਼ਗਾਰ ਉਹਨਾਂ ਨੂੰ ਨਜ਼ਰ ਨਹੀਂ ਆ ਰਹੇ। ਹਾਲਾਂਕਿ ਜ਼ੋਰ ਉਹਨਾਂ ਨੇ ਪੂਰਾ ਲਾਇਆ ਹੋਇਆ, ਜਿੱਦਾਂ ਸੈਂਟਰਲ ਵਿਸਟਾ ਨੂੰ ਬਣਾਉਣ ਲਈ ਕੇਂਦਰ ਸਰਕਾਰ ਨੇ ਬਹੁਤ ਜ਼ੋਰ ਲਾਇਆ ਹੋਇਆ ਕਿ 26 ਜਨਵਰੀ ਦੀ ਜਿਹੜੀ ਪਰੇਡ ਆ ਉਹ ਨਵੇਂ ਰਾਜਪਥ ਤੇ ਹੀ ਕਰਾਉਣੀ ਆ, ਇੱਦਾਂ ਹੀ ਯੂਪੀ ਦੀਆਂ ਚੋਣਾਂ ਲੜਨ ਲਈ ਤੇ ਜਿੱਤਣ ਲਈ ਵੀ ਉਹਨਾਂ ਦੀ ਜਿਹੜੀ ਤਿਆਰੀ ਆ ਉਹ ਬਹੁਤ ਤੇਜ਼ੀ ਨਾਲ ਉਹਨਾਂ ਚੀਜ਼ਾਂ ਨੂੰ ਅੱਗੇ ਦੇਖ ਰਹੇ ਨੇ। ਹੁਣ ਅਗਲੀ ਗੱਲ ਇਹ ਵੀ ਆ ਕਿ ਕੀ ਸਿਰਫ ਔਰ ਸਿਰਫ ਕੈਪਟਨ ਸਾਹਿਬ ਦੇ ਉਹਨਾਂ ਕਾਨੂੰਨਾਂ ਨੂੰ ਵਾਪਸ ਕਰਵਾ ਲੈਣ ਨਾਲ ਮਸਲਾ ਹੱਲ ਹੋ ਜਾਏਗਾ? ਕੀ ਉਹ 700 ਦੇ ਕਰੀਬ ਲੋਕਾਂ ਦੀਆਂ ਜਾਨਾਂ ਤੇ 1 ਸਾਲ ਦਾ ਸਮਾਂ ਜਿਹੜਾ ਸਾਰੇ ਪੰਜਾਬ ਨੇ ਝੱਲਿਆ, ਜਿੰਨਾ ਕੁ ਦੁੱਖ, ਜਿੰਨਾ ਕੁ ਨੁਕਸਾਨ ਅਸੀਂ ਕਰੋਨਾ ਦਾ ਝੱਲਿਆ, ਉਸ ਤੋਂ ਜ਼ਿਆਦਾ ਦੁੱਖ, ਉਸ ਤੋਂ ਜ਼ਿਆਦਾ ਨੁਕਸਾਨ ਪੰਜਾਬ ਦੇ ਲੋਕਾਂ ਨੇ ਖਾਸ ਤੌਰ ਤੇ ਉਸ ਅੰਦੋਲਨ ਦਾ ਝੱਲਿਆ। ਜੇ ਅੱਜ ਉਹ ਕਾਨੂੰਨ ਤਿੰਨੇ ਵਾਪਸ ਵੀ ਕਰਵਾ ਲੈਂਦੇ ਆ, ਕਿ ਇੰਨੀ ਜਲਦੀ ਸਾਰਾ ਕੁਝ ਜਿਹੜਾ ਆ ਉਹ ਠੀਕ ਠਾਕ ਹੋ ਜਾਏਗਾ? ਕਿ ਇੰਨੀ ਦੇਰ ਦੀ ਲੱਗੀ ਹੋਈ ਅੱਗ ਜਿਹੜੀ ਆ ਉਹ ਸਿਰਫ 3-4 ਛਿੱਟਿਆਂ ਨਾਲ ਜਲਦੀ ਬੁਝ ਕੇ ਤੇ ਫਿਰ ਉਹਦੇ ਨਾਮੋ ਨਿਸ਼ਾਨ ਵੀ ਮਿਟ ਜਾਣਗੇ ਕਿ ਇੱਥੇ ਹੋਇਆ ਹੀ ਕੁਝ ਨਹੀਂ ਸੀ ਤੇ ਬਿਲਕੁਲ ਬੀਜੇਪੀ ਬਹੁਤ ਚੰਗੀ ਆ ਤੇ ਉਹਨਾਂ ਨੇ ਕਾਨੂੰਨ ਵਾਪਸ ਕਰਵਾਤੇ? ਨਹੀਂ, ਇੰਨੀ ਕਾਲੀ ਦੇ ਵਿੱਚ ਨਾ ਤੇ ਕੈਪਟਨ ਸਾਹਿਬ ਨੇ ਤੇ ਨਾ ਹੀ ਇੰਨੀ ਕਾਲੀ 'ਚ ਬੀਜੇਪੀ ਹੋਣੀ ਆ। ਇਹਦੇ ਪਿੱਛੇ ਹਾਲੇ ਬਹੁਤ ਕੁਝ ਜਿਹੜਾ ਆ ਉਹ ਕਈ ਤਰ੍ਹਾਂ ਦੇ ਆਟੇ ਜਿਹੜੇ ਆ ਉਹ ਗੁੰਨੇ ਜਾਣੇ ਆ। ਜੀ ਅੰਮ੍ਰਿਤਪਾਲ ਸ਼ਰਮਾ ਜੀ, ਆਟੇ ਕਦੋਂ ਗੁੰਨੇ ਜਾਣਗੇ ਇਹਦੇ ਬਾਰੇ ਤਾਂ ਪਤਾ ਨਹੀਂ, ਪਰ ਅਗਲੇ ਮੁੱਦੇ ਤੇ ਤੁਹਾਡੇ ਵਿਚਾਰ ਜ਼ਰੂਰ ਅਸੀਂ ਲਵਾਂਗੇ, ਪਰ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲਾਂ ਦੇ ਵਿੱਚੋਂ ਗੱਲਾਂ ਦੱਸ ਰਹੇ ਸੀ, ਤੇ ਇਸ ਵੇਲੇ ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਪਿਛਲੇ ਸੈਸ਼ਨ ਦੇ ਵਿੱਚ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੈ ਬੀਜੇਪੀ 'ਚ ਜਾਣਗੇ, ਖੇਤੀ ਮੰਤਰੀ ਬਣਨਗੇ, ਪਰ ਕਹਿੰਦੇ ਕਿ ਬੀਜੇਪੀ 'ਚ ਮੈਂ ਜਾਣਾ ਨਹੀਂ, ਸਰਕਾਰ ਮੈਂ ਬਣਾਉਣੀ ਨਹੀਂ, ਸਿਆਸਤ ਮੈਂ ਖੇਡਣੀ ਨਹੀਂ, ਤੇ ਫਿਰ ਕੈਪਟਨ ਕਰਨਗੇ ਕੀ? ਦੇਖੋ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ, ਇਹ ਰਾਜਨੀਤੀ ਬਾਰੇ ਉਹ ਇੱਕ ਫਿਲਮ 'ਚ ਡਾਇਲੌਗ ਹੁੰਦਾ ਸੀ, ਕਹਿੰਦਾ ਜੋ ਮੈਂ ਬੋਲਤਾ ਹੂੰ ਮੈਂ ਉਹ ਬਿਲਕੁਲ ਨਹੀਂ ਕਰਤਾ। ਉਹ ਇਦਾਂ ਦੀ ਇੱਕ ਡਾਇਲੌਗ ਸੀ, ਮੈਂ ਹਾਲਾਂਕਿ ਫਿਲਮ ਤਾਂ ਦੇਖੀ ਨਹੀਂ ਉਹ, ਪਰ ਡਾਇਲੌਗ ਜ਼ਰੂਰ ਸੁਣਿਆ। ਤੇ ਜੋ ਮੈਂ ਨਹੀਂ ਬੋਲਤਾ ਜਾਂ ਜੋ ਮੈਂ ਨਹੀਂ ਬਤਾਤਾ ਉਹ ਮੈਂ ਬਿਲਕੁਲ ਕਰਤਾ ਹੂੰ, ਇਹ ਉਹ ਜਿਹੀਆਂ ਗੱਲਾਂ ਨੇ। ਇਹਨਾਂ ਦੇ ਫਿਰ
ਅਰਥ ਜਿਹੜੇ ਆ ਉਹ ਤੁਹਾਡੇ ਵਰਗੇ ਜਾਂ ਸਾਡੇ ਵਰਗੇ ਲੋਕ ਫਿਰ ਉਹ ਕੱਢਦੇ ਰਹਿੰਦੇ ਨੇ। ਉਸ ਦਿਨ ਉਹਨਾਂ ਨੇ ਘਰ ਖਾਲੀ ਕਰਨ ਵਾਲੀ ਜਦੋਂ ਗੱਲ ਕੀਤੀ ਉਦੋਂ ਵੀ ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਕਾਂਗਰਸ ਦਾ ਘਰ ਖਾਲੀ ਕਰਨ ਜਾ ਰਹੇ ਨੇ। ਸੋ ਬੀਜੇਪੀ 'ਚ ਸ਼ਾਮਲ ਹੋਣਗੇ ਨਹੀਂ ਹੋਣਗੇ ਇਹ ਗੱਲ ਜ਼ਰੂਰ ਅੱਧ 'ਚ ਲਟਕੀ ਹੋਈ ਆ, ਪਰ ਕਾਂਗਰਸ 'ਚ ਨਹੀਂ ਰਹਿਣਗੇ ਇਹ ਗੱਲ ਉਹਨਾਂ ਨੇ ਅੱਜ ਸਵੇਰੇ ਦੱਸ ਦਿੱਤੀ ਤੇ ਕਾਂਗਰਸ ਤੋਂ ਉਹਨਾਂ ਨੇ ਛੱਡ ਦਿੱਤੀ ਆ ਆਲਰੇਡੀ। ਜਦੋਂ ਇੱਕ ਮੁੱਖ ਮੰਤਰੀ ਤੋਂ ਅਹੁਦਾ ਲੈ ਲਿਆ ਜਾਂਦਾ ਉਹ ਬਾਅਦ ਵਿੱਚ ਅਗਲੀ ਵਾਰ MLA ਬਣ ਕੇ ਤਾਂ ਸੰਸਦ 'ਚ ਜਾਂ ਵਿਧਾਨ ਸਭਾ 'ਚ ਬੈਠਣਾ ਜਿਹੜਾ ਆ ਉਹ ਮੁਸ਼ਕਲ ਹੋ ਜਾਂਦਾ। ਹਾਲਾਂਕਿ ਇੱਦਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਨੂੰ ਮਿਲਣਗੀਆਂ ਕਿ ਪਹਿਲਾਂ ਉਹ ਵੱਡੇ ਅਹੁਦੇ ਸੀ, ਉਸ ਤੋਂ ਬਾਅਦ ਛੋਟੇ ਅਹੁਦੇ 'ਤੇ ਵੀ ਆਏ। ਚਲੋ ਇੱਦਾਂ ਕਹਿ ਲਓ ਕਿ ਹੁੰਦੇ ਤਾਂ ਸਾਰੇ MLA ਆ, ਉਹਨਾਂ ਦੇ ਵਿੱਚੋਂ ਹੀ ਇੱਕ ਲੀਡਰ ਚੁਣਿਆ ਹੁੰਦਾ, ਉਹ ਇੱਕ ਵੱਖਰੀਆਂ ਕਹਾਣੀਆਂ ਨੇ। ਪਰ ਇਹ ਗੱਲ ਬੀਜੇਪੀ ਵਾਲੇ ਪਾਸੇ ਤੋਂ ਜੇ ਸੋਚੀਏ ਤਾਂ ਹੋਵੇਗਾ ਇੰਜ ਕੁਝ ਕਿ ਉਹ ਹਾਲੇ ਜੁਆਇਨ ਨਹੀਂ ਕਰਨਗੇ, ਪਰ ਇਲੈਕਸ਼ਨ ਦੇ ਨੇੜੇ ਤੇੜੇ ਜਾ ਕੇ ਜੁਆਇਨ ਜ਼ਰੂਰ ਕਰਨਗੇ। ਰਾਜਨੀਤਿਕ ਹਲਕਿਆਂ ਦੇ ਵਿੱਚ ਜਦੋਂ ਪੰਜਾਬ ਦੀ ਸਿਆਸਤ ਨੂੰ ਗਰਾਊਂਡ ਤੋਂ ਵਾਚਿਆ ਜਾਂਦਾ ਤੇ ਕਿਸੇ ਵੀ ਧਿਰ ਦੇ ਕੋਲ ਬਹੁਤੇ ਹਾਲਾਤ ਚੰਗੇ ਨਜ਼ਰ ਨਹੀਂ ਆਉਂਦੇ। ਖਾਸ ਤੌਰ ਤੇ ਪਿਛਲੇ 2 ਦਿਨਾਂ ਦੇ ਵਿੱਚ ਜਿਹੜੀ ਉਠਾਪਟਕ ਹੋਈ ਆ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਦੇਣ ਤੋਂ ਬਾਅਦ। ਜਿਸ ਦਿਨ ਤਾਂ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਸੀ, ਚਰਨਜੀਤ ਚੰਨੀ ਦੀ ਸਰਕਾਰ ਉਹਨਾਂ ਨੇ ਆਪ ਬਣਾਈ ਸੀ ਤੇ ਸਾਰਾ ਕੁਝ ਠੀਕ ਜਾਪਦਾ ਸੀ। ਬਹੁਤ ਲੋਕਾਂ ਨੂੰ, ਬਹੁਤ ਦਰਸ਼ਕਾਂ ਨੂੰ, ਬਹੁਤ ਪੰਜਾਬੀਆਂ ਨੂੰ ਸਿੱਧੂ ਸਾਹਿਬ ਦਾ ਅਸਤੀਫਾ ਜਿਹੜਾ ਹੈ ਉਹ ਗੈਰ ਜ਼ਰੂਰੀ ਲੱਗਦਾ। ਪਰ ਨਵਜੋਤ ਸਿੰਘ ਸਿੱਧੂ ਵਾਲੇ ਪਾਸੇ ਤੋਂ ਖੜੇ ਹੋ ਕੇ ਦੇਖੀਏ ਤੇ ਉਹ ਬਿਲਕੁਲ ਵਾਜਬ ਤੇ ਜ਼ਰੂਰੀ ਲੱਗਦਾ। ਇੱਦਾਂ ਤੁਸੀਂ ਕਹਿ ਸਕਦੇ ਆ ਕਿ ਇੱਕ ਸਮਾਂ ਸੀ ਜਦੋਂ ਕਰੈਕਟਰ ਜਿਹੜੇ ਆ 2 ਤਰ੍ਹਾਂ ਦੇ ਹੁੰਦੇ ਸੀ, ਬਲੈਕ ਤੇ ਵਾਈਟ, ਜਾਂ ਤੇ ਚੰਗੇ ਤੇ ਜਾਂ ਤੇ ਬੁਰੇ। ਪਰ ਹੁਣ ਸਮਾਂ ਇੱਦਾਂ ਦਾ ਹੋ ਗਿਆ, ਅਸੀਂ ਮਟੀਰੀਅਲਿਸਟਿਕ ਵੱਧ ਹੋ ਗਏ ਆ ਜਾਂ ਅਸੀਂ ਐਸਪੀਰੇਸ਼ਨਲ ਵੱਧ ਹੋ ਗਏ ਆ, ਸਾਡੀਆਂ ਖਾਹਿਸ਼ਾਂ ਵੱਧ ਗਈਆਂ ਜਾਂ ਰਾਜਨੀਤੀ ਦੇ ਵਿੱਚ ਝੂਠ ਵਾੜੀ ਇੰਨਾ ਗਿਆ, ਚੋਰੀ ਰੋਲ ਘਚੋਲਾ ਕਰਪਸ਼ਨ ਵੱਧਦੀ ਇੰਨੀ ਗਈ ਕਿ ਸਾਨੂੰ ਜਿਹੜੇ ਥੋੜ੍ਹੇ ਖਰਾਬ ਨੇ ਉਹ ਹੁਣ ਠੀਕ ਹੀ ਲੱਗਦੇ ਨੇ। ਜੇ ਅਸੀਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਸ਼ਰਾਬ ਹੁਣ ਨਸ਼ੇ 'ਚ ਸ਼ਾਮਿਲ ਹੀ ਨਹੀਂ ਹੁੰਦੀ। ਅਸੀਂ ਕੈਮੀਕਲ ਡਰੱਗ ਨੂੰ ਜਾਂ ਜਿਹੜੇ ਦੂਸਰੀਆਂ ਚੀਜ਼ਾਂ ਨੇ ਉਹਨਾਂ ਨੂੰ ਹੀ ਨਸ਼ਾ ਮੰਨਦੇ ਹਾਂ। ਸ਼ਰਾਬ ਪੀਣ ਨੂੰ ਕਹਿ ਦਿੰਦੇ ਹਾਂ ਕਿ ਬੰਦਾ ਨਸ਼ਾ ਨਹੀਂ ਕੋਈ ਕਰਦਾ, ਥੋੜ੍ਹੀ ਬਹੁਤੀ ਸ਼ਰਾਬ ਹੀ ਪੀਂਦਾ। ਸੋ ਮੈਂ ਸਿਰਫ ਔਰ ਸਿਰਫ ਨਿੱਜੀ ਜੀਵਨ ਦੇ ਵਿੱਚ ਵੀ, ਸਮਾਜਿਕ ਜੀਵਨ ਦੇ ਵਿੱਚ ਵੀ ਤੇ ਰਾਜਨੀਤਿਕ ਜੀਵਨ ਦੇ ਵਿੱਚ ਹੀ ਨਿਘਾਰ ਦੀ ਗੱਲ ਕਰਦਾ। ਜਦੋਂ ਉਹਨਾਂ ਨੇ 2-3 ਮੁੱਦਿਆਂ ਦੇ ਉੱਤੇ ਆਪਣਾ ਅਸਤੀਫਾ ਦੇ ਦਿੱਤਾ ਤੇ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਫਿਰ ਇਸ ਮੁੱਦੇ ਨੂੰ ਸ਼ਾਮਲ ਕੀਤਾ ਕਿ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ। ਮੈਨੂੰ ਲੱਗਦਾ ਇਹ ਇੱਕ ਗੈਰ ਜ਼ਰੂਰੀ ਤੌਰ ਦੇ ਉੱਤੇ ਸ਼ਾਮਲ ਕੀਤਾ ਗਿਆ ਮੁੱਦਾ ਸੀ। ਖੈਰ ਗੱਲ ਅਸੀਂ ਕੈਪਟਨ ਸਾਹਿਬ ਦੀ ਕਰਦੇ ਸੀ। ਉਹ ਉਸ ਦਿਨ ਤੋਂ, ਜਿਸ ਦਿਨ ਤੋਂ ਨਵਜੋਤ ਸਿੰਘ ਸਿੱਧੂ ਅਸਤੀਫਾ ਦਿੰਦੇ ਆ, ਹਾਲਾਤ ਇਹੋ ਜਿਹਾ ਬਣ ਗਏ ਕਿ ਕਾਂਗਰਸ ਜੇ ਉਹ ਅਸਤੀਫਾ ਮਨਜ਼ੂਰ ਹੋ ਜਾਂਦਾ ਜਾਂ ਉਹ ਵਾਕਿਆ ਹੀ ਵਾਪਸ ਨਹੀਂ ਆਉਂਦੇ, ਉਹਨਾਂ ਦੇ ਦਿੱਤੀਆਂ ਹੋਈਆਂ ਜਿਹੜੀਆਂ ਚੁਣੌਤੀਆਂ ਆ ਉਹਨੂੰ ਹਾਈ ਕਮਾਂਡ ਸਵੀਕਾਰ ਨਹੀਂ ਕਰਦੀ, ਉਹਨਾਂ ਮੁੱਦਿਆਂ ਤੇ ਗੌਰ ਨਹੀਂ ਕਰਦੀ, ਤੇ ਫਿਰ ਕਾਂਗਰਸ ਦੇ ਹਾਲਾਤ ਇਹੋ ਜਿਹੇ ਨੇ ਕਿ ਵੱਡੇ ਦੋਨੋਂ ਚਿਹਰੇ ਹਫ਼ਤੇ ਦੇ ਵਿੱਚ ਮੁੱਖ ਮੰਤਰੀ ਵੀ ਬਾਹਰ ਤੇ ਪਾਰਟੀ ਪ੍ਰਧਾਨ ਵੀ ਬਾਹਰ, ਤੇ ਫਿਰ ਕਾਂਗਰਸ ਦੇ ਪੱਲੇ ਕੀ ਰਵੇਗਾ ਜਾਂ ਕਾਂਗਰਸ ਕਿਹਨਾਂ ਸਥਿਤੀਆਂ ਦੇ ਵਿੱਚ ਆਉਣ ਵਾਲੇ 4-5 ਮਹੀਨਿਆਂ 'ਚ ਚੋਣ ਲੜੇਗੀ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਹਾਲਾਂਕਿ ਉਹਨਾਂ ਨੇ ਬਹੁਤ ਤੇਜ਼ੀ ਨਾਲ ਚੋਣ ਮੁਹਿੰਮ ਵਿੱਢੀ ਸੀ ਆਪਣੀ, ਪਰ ਉਹ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਤੇ ਕੁਝ ਹੋਰ ਘਟਨਾਕ੍ਰਮ ਇਹੋ ਜਿਹੇ ਹੋਏ, ਉਹ ਵੀ ਜਿਹੜੇ ਆ ਹਾਸ਼ੀਏ ਤੇ ਨਜ਼ਰ ਆਉਂਦੇ ਨੇ ਜਾਂ ਘੱਟੋ ਘੱਟ ਉਸ ਰੇਸ 'ਚ ਸ਼ਾਮਲ ਨਹੀਂ ਆਉਂਦੇ ਕਿ ਉਹ ਸਰਕਾਰ ਬਣਾਉਣ ਦੀ ਸਥਿਤੀ 'ਚ ਨੇ। ਆਮ ਆਦਮੀ ਪਾਰਟੀ ਦੇ ਕੋਲ ਦਿਖਾਉਣ ਲਈ ਚਿਹਰਾ ਨਜ਼ਰ ਨਹੀਂ ਆ ਰਿਹਾ, ਲੋਕ ਵੋਟਾਂ ਪਾਉਣ ਨੂੰ ਤਿਆਰ ਨੇ, ਪਰ ਹਾਲੇ ਤੱਕ ਵੀ ਉਹਨਾਂ ਦਾ ਵੀ ਜਿਹੜਾ ਸਿਸਟਮ ਆ ਉਹ ਜਿਹਾ ਹੀ ਨਜ਼ਰ ਆ ਰਿਹਾ ਜਿਹੋ ਜਿਹਾ ਬਾਕੀਆਂ ਦਾ। ਬੀਜੇਪੀ ਦੇ ਖਾਤੇ 'ਚ ਕੋਈ ਵੀ ਚੰਗੀ ਚੀਜ਼ ਨਜ਼ਰ ਨਹੀਂ ਆ ਰਹੀ, ਪਰ ਬੀਜੇਪੀ ਇਸ ਤਰੀਕੇ ਨਾਲ ਸੋਚ ਰਹੀ ਆ ਕਿ ਜੇ ਥੋੜ੍ਹੀਆਂ ਬਹੁਤੀਆਂ ਚੀਜ਼ਾਂ ਨੂੰ ਆਪਣੇ ਹੱਥ 'ਚ ਕੀਤਾ ਜਾਵੇ। ਕਾਂਗਰਸ ਦਾ ਵੀ ਹਾਲਾਤ ਖਰਾਬ, ਆਮ ਆਦਮੀ ਦੇ ਵੀ ਹਾਲਾਤ ਬਹੁਤੇ ਚੰਗੇ ਨਹੀਂ। ਸੁਖਬੀਰ ਸਿੰਘ ਬਾਦਲ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਕਰਨ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਕੋਈ ਹਾਲਾਤ ਜਿਹੜੇ ਆ ਉਹ ਬਹੁਤੇ ਬਿਹਤਰ ਨਜ਼ਰ ਨਹੀਂ ਆ ਰਹੇ। ਤੇ ਕੀ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਥਰੂ ਉਹ ਕਾਨੂੰਨਾਂ ਨੂੰ ਰੀਪੀਲ ਕਰਵਾ ਕੇ ਅੱਜ ਨਹੀਂ ਤਾਂ 2-3 ਮਹੀਨਿਆਂ ਤੱਕ ਕੀ ਪੰਜਾਬ ਦੀ ਫਿਜ਼ਾ ਦੇ ਵਿੱਚ ਥੋੜ੍ਹੇ ਬਹੁਤੇ ਸਾਹ ਲੈਣ ਜੋਗੇ ਹੋ ਜਾਣਗੇ? ਉਹ ਇਹੋ ਜਿਹੀਆਂ ਜਿਹੜੀਆਂ ਘਾੜਤਾਂ ਆ ਉਹ ਘਟਦੇ ਨਜ਼ਰ ਆ ਰਹੇ ਨੇ। ਤੇ ਬਹੁਤੇ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਰਾਜਨੀਤੀ ਦੇ ਵਿੱਚ ਜਿਹੜੀ ਆ ਕੋਈ ਪੱਕਾ ਦੋਸਤ ਨਹੀਂ ਤੇ ਕੋਈ ਪੱਕਾ ਦੁਸ਼ਮਣ ਨਹੀਂ, ਕੋਈ ਵੱਡੀ ਗੱਲ ਨਹੀਂ, ਕੱਲ੍ਹ ਨੂੰ ਇਹ ਸਾਰੇ ਹੀ ਇਕੱਠੇ ਹੋ ਕੇ ਸਰਕਾਰ ਬਣਾ ਲੈਣ, ਕਾਂਗਰਸ ਨੂੰ ਬਾਹਰ ਰਹਿਣ ਦੇਣ। ਜਾਂ ਜੇ ਸਥਿਤੀਆਂ ਜਿੱਦਾਂ ਦੀਆਂ ਚੱਲਦੀਆਂ ਪਈਆਂ, ਜੇ 2-3 ਮਹੀਨੇ ਹੋਰ ਰੇੜਕਾ ਜਿਹਾ ਚੱਲਿਆ ਰਹੇ ਤਾਂ ਥੋੜ੍ਹੀਆਂ ਸੀਟਾਂ ਸਾਰਿਆਂ ਨੂੰ ਮਿਲਣ, ਤੇ ਹੋ ਸਕਦਾ ਅਕਾਲੀ ਦਲ ਤੇ ਬੀਜੇਪੀ ਫਿਰ ਇਕੱਠੇ ਹੋ ਜਾਣ ਤੇ ਉਧਰੋਂ ਕਾਂਗਰਸ ਦੇ ਕੱਢੇ ਹੋਏ ਜਾਂ ਛੱਡੇ ਹੋਏ ਜਿਹੜੇ ਵੱਡੇ ਲੀਡਰ ਨੇ ਅਮਰਿੰਦਰ ਸਿੰਘ, ਜਿਨ੍ਹਾਂ ਦੀ ਅਸੀਂ ਚਰਚਾ ਕਰਦੇ ਹਾਂ, ਉਹ ਵੀ ਬੀਜੇਪੀ 'ਚ ਸ਼ਾਮਲ ਹੋਏ ਹੋਣ। ਸੋ ਪੱਕੀਆਂ ਗੱਲਾਂ ਕੁਝ ਨਹੀਂ ਕਹੀਆਂ ਜਾ ਸਕਦੀਆਂ, ਪਰ ਹਾਲ ਦੀ ਘੜੀ ਇਹ ਸਾਰੇ ਦੇ ਸਾਰੇ ਜਿਹੜੀਆਂ ਗਿਣਤੀਆਂ ਮਿਣਤੀਆਂ ਨੇ ਇਹ ਸਿਰਫ ਔਰ ਸਿਰਫ ਅੰਦਾਜ਼ਿਆਂ ਤੇ ਨੇ ਜਾਂ ਐਜ਼ ਆਫ ਨਾਓ ਦੀ ਸਥਿਤੀ ਦੇ ਉੱਤੇ ਨੇ। ਹੁਣ ਤੱਕ ਦੀ ਜੋ ਸਥਿਤੀ ਆ ਉਹਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਗੱਲ ਕਰ ਰਹੇ ਹਾਂ। ਤੇ ਨਾਲ ਦੀ ਨਾਲ ਇਹ ਕਿਸਾਨ ਅੰਦੋਲਨ ਨੂੰ
ਦੇਖ ਜ਼ਰੂਰ ਰਹੇ ਨੇ ਸਾਰੇ ਲੋਕ, ਗੱਲ ਕੇਂਦਰ ਸਰਕਾਰ ਵੀ ਕਿਸਾਨ ਕਾਨੂੰਨਾਂ ਦੀ ਕਰ ਰਹੀ ਆ, ਪਰ ਮੈਨੂੰ ਲੱਗਦਾ ਨਹੀਂ ਕਿ ਇੰਨੀ ਛੇਤੀ ਲੋਕਾਂ ਨੇ ਫਿਰ ਤੋਂ ਵੋਟਾਂ ਜਿਹੜੀਆਂ ਆ ਉਹ ਬੀਜੇਪੀ ਨੂੰ ਪਾ ਦੇਣੀਆਂ ਨੇ, ਜਾਂ ਕੋਈ ਬਹੁਤ ਛੇਤੀ ਜਿਹੜਾ ਆ ਚੇਂਜਸ ਜਿਹੜੀ ਆ ਜਾਣੀ ਆ। ਬਾਕੀ ਦੇਖਦੇ ਆ, ਹਾਲੇ ਸਮਾਂ ਹੈਗਾ। ਅੰਮ੍ਰਿਤਪਾਲ ਜੀ, ਵੈਸੇ ਇਸ ਵੇਲੇ ਸਮਾਂ ਜਿਹੜਾ ਚੱਲ ਰਿਹਾ ਹੈ ਨਾ ਪੰਜਾਬ ਦੇ ਵਿੱਚ ਜਾਂ ਦੇਸ਼ ਵਿੱਚ ਹੀ ਕਹਿ ਲਓ, ਤੇ ਨੇਤਾਵਾਂ ਦੀ ਅਦਲਾ ਬਦਲੀ ਜਾਂ ਸੀਟ ਛੱਡ ਕੇ ਇੱਧਰ ਜਾਣਾ ਉੱਧਰ ਜਾਣਾ, ਉਹਨਾਂ ਲਈ ਤਾਂ ਸੌਖਾ ਕੰਮ ਹੋ ਸਕਦਾ ਹੈ, ਪਰ ਮੈਨੂੰ ਲੱਗਦਾ ਵੋਟਰਾਂ ਲਈ ਵੀ ਵੱਡੀ ਸਮੱਸਿਆ ਹੋ ਸਕਦੀ, ਕਿਉਂਕਿ ਉਹ ਬੜੀਆਂ ਇੱਛਾਵਾਂ ਲੈ ਕੇ ਕਿਸੇ ਨੇਤਾ ਨੂੰ ਵੋਟ ਪਾਉਂਦੇ ਨੇ ਤੇ ਉਹਨਾਂ ਨੂੰ ਉਮੀਦ ਹੁੰਦੀ ਹੈ ਤੇ ਉਹ ਆਪਣੇ ਆਪ ਨੂੰ ਠੱਗੇ ਮਹਿਸੂਸ ਕਰਦੇ ਨੇ। ਤੁਸੀਂ ਕੀ ਸੋਚਦੇ ਹੋ? ਦੇਖੋ, ਤੁਸੀਂ ਜਿਹੜੀ ਗੱਲ ਕੀਤੀ ਆ ਕਿ ਵੋਟਰ ਠੱਗੇ ਮਹਿਸੂਸ ਕਰਦੇ ਨੇ, ਮੈਂ ਇਹਦੇ ਨਾਲ ਬਹੁਤਾ ਸਹਿਮਤ ਨਹੀਂ। ਵੋਟਰ ਵੀ ਹੁਣ ਬਹੁਤ ਜ਼ਿਆਦਾਤਰ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ ਤੇ ਆਪਣੇ ਛੋਟੇ-ਛੋਟੇ ਹੱਕਾਂ ਲਈ ਜੁੜੇ ਹੋਏ ਨੇ। ਵੱਡੀਆਂ ਪਾਲਿਸੀਆਂ, ਵੱਡੇ ਨੀਤੀ ਪਰਿਵਰਤਨ, ਸੱਚ ਵਾਲੀ ਰਾਜਨੀਤੀ, ਜਾਂ ਫਿਰ ਕਹਿ ਲਈਏ ਕਿ ਸਾਰਾ ਕੁਝ ਠੀਕ ਕਰਨ ਵਾਲੀ ਜਿਹੜੀ ਗੱਲ ਆ, ਉੱਥੇ ਵੋਟਰਾਂ ਦੇ ਹਾਲਾਤ ਵੀ ਇਹੋ ਜਿਹੇ ਨੇ ਕਿ ਭਗਤ ਸਿੰਘ ਤਾਂ ਹੋਵੇ ਪਰ ਉਹ ਗਵਾਂਢੀਆਂ ਦੇ ਘਰ ਹੋਵੇ, ਸਾਨੂੰ ਕੁਰਬਾਨੀ ਨਾ ਦੇਣੀ ਪਵੇ। ਤੁਸੀਂ ਵੋਟਰਾਂ ਦੀ ਗੱਲ ਛੱਡੋ, ਜੇ ਅਸੀਂ ਆਪਣੀ ਗੱਲ ਕਰੀਏ, ਅਸੀਂ ਬਹੁਤ ਚੰਗੀਆਂ ਗੱਲਾਂ ਕਰਦੇ ਹਾਂ। ਜੇ ਅਸੀਂ ਬਿਜਲੀ ਬੋਰਡ ਦੇ ਦਫ਼ਤਰ ਜਾ ਕੇ ਬਿੱਲ ਦੇਣਾ ਹੋਵੇ ਤੇ ਅਸੀਂ ਵੀ ਲੱਭਦੇ ਹਾਂ ਕੋਈ ਬੰਦਾ ਵਾਕਫ ਹੋਵੇ ਤੇ ਪਿਛਲੇ ਪਾਸਿਓਂ ਦੀ ਕਲਰਕ ਨੂੰ ਫੜਾ ਦਈਏ। ਹਾਲਾਂਕਿ ਹੁਣ ਬਹੁਤ ਸਾਰੀਆਂ ਚੀਜ਼ਾਂ ਡਿਜੀਟਲ ਹੋ ਗਈਆਂ, ਮਤਲਬ ਲਾਈਨ 'ਚ ਲੱਗਣਾ, ਸਮਾਂ ਦੇਣਾ, ਸਾਰੀਆਂ ਚੀਜ਼ਾਂ ਨੂੰ ਇੱਕ ਸਿਸਟਮ ਦੇ ਵਿੱਚ ਲੈ ਕੇ ਆਉਣਾ, ਉਹ ਕੋਈ ਵੀ ਨਹੀਂ ਚਾਹੁੰਦਾ। ਸਫਾਈ ਦੀ ਗੱਲ ਅਸੀਂ ਸਾਰੇ ਕਰਦੇ ਹਾਂ, ਪਰ ਜਦੋਂ ਪਲਾਸਟਿਕ ਸੁੱਟਣ ਦੀ ਵਾਰੀ ਆਉਂਦੀ ਹੈ ਜਾਂ ਘਰ ਦੇ ਵਿੱਚ ਵੱਖਰੇ ਵੱਖਰੇ ਕੂੜੇਦਾਨ ਦੀ ਗੱਲ ਆਉਂਦੀ ਹੈ, ਉਦੋਂ ਅਸੀਂ ਸਾਰੇ ਹੁੰਦੇ ਹਾਂ। ਸੋ ਇੱਕ ਸਮਾਂ ਸੀ ਜਦੋਂ ਰਾਜਨੀਤੀ ਜਿਹੜੀ ਖਰਾਬ ਹੋਈ, ਫਿਰ ਅਫਸਰਸ਼ਾਹੀ ਖਰਾਬ ਹੋਈ, ਹੁਣ ਥੱਲੇ ਤੱਕ ਜਿਹੜਾ ਸਿਸਟਮ ਆ ਉਹ ਸਾਰਾ ਖਰਾਬ ਹੋ ਚੁੱਕਿਆ। ਇਸੇ ਕਰਕੇ ਹੀ ਅਸੀਂ ਜਿਹੜੀ ਹੁਣੇ ਗੱਲ ਕੀਤੀ ਆ ਉਹ ਬਲੈਕ ਵਾਈਟ ਤੇ ਗ੍ਰੇ ਵਾਲੀ, ਉਹ ਪ੍ਰਸੰਗਿਕ ਹੋ ਗਈ ਆ। ਹੁਣ ਸਾਰਿਆਂ ਦੇ ਵਿੱਚ ਹੀ ਉਹ ਜਿਹੜੀ ਗ੍ਰੇ ਸ਼ੇਡ ਆ ਸਾਡੀ ਸੋਚ ਦੇ ਵਿੱਚ, ਸਾਡੇ ਦਿਮਾਗ ਦੇ ਵਿੱਚ, ਉਹ ਜਿਹੜੀ ਹਾਵੀ ਹੋ ਚੁੱਕੀ ਆ। ਠੱਗੇ ਹੋਣ ਵਾਲੀ ਗੱਲ ਠੀਕ ਆ, ਬਾਅਦ ਵਿੱਚ ਅਸੀਂ ਕਹਿ ਦਿੰਦੇ ਆ ਕਿ ਇਹਨਾਂ ਨੇ ਕੁਝ ਨਹੀਂ ਕੀਤਾ, ਪਤਾ ਸਾਨੂੰ ਪਹਿਲਾਂ ਵੀ ਹੁੰਦਾ। ADR ਵਰਗੀਆਂ ਸੰਸਥਾਵਾਂ ਜਿਹੜੀਆਂ ਆ ਡੈਮੋਕ੍ਰੈਟਿਕ ਰਿਫਾਰਮਸ ਦੀ ਗੱਲ ਕਰਦੀਆਂ ਆ, ਚੋਣਾਂ ਦੇ ਵਿੱਚ ਸੁਧਾਰ ਦੀ ਗੱਲ ਕਰਦੀਆਂ ਆ, ਚੋਣਾਂ ਦੇ ਲੜਨ ਵਾਲੇ ਲੀਡਰਾਂ ਦੇ ਖਾਤਿਆਂ ਦੀ ਗੱਲ ਕਰਦੇ ਆ, ਉਹਨਾਂ ਦੇ ਉੱਤੇ ਕੇਸਾਂ ਦੇ ਹੋਣ ਦੀ ਗੱਲ ਕਰਦੇ ਆ, ਤੇ ਕਿਹੜੀ ਪਾਰਟੀ ਆ ਜਿਹੜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੰਜੀਦਾ ਢੰਗ ਨਾਲ ਲੈਂਦੀ ਆ? ਤੇ ਲੋਕਾਂ ਨੂੰ ਸਾਰਾ ਕੁਝ ਪਤਾ ਹੀ ਆ। ਸੋ ਐਡੀ ਗੱਲ ਹੈ ਨਹੀਂ। ਸਮੁੱਚੇ ਸਮਾਜ ਦੇ ਵਿੱਚ ਹੀ ਵੱਡੇ ਤੌਰ ਤੇ ਪਰਿਵਰਤਨ ਜਿਹੜੇ ਆ ਉਹ ਬੀਤੇ ਤੋਂ ਇਸੇ ਤਰੀਕੇ ਨਾਲ ਆ ਰਹੇ ਆ ਕਿ ਸਾਰਾ ਕੁਝ ਜਿਹੜਾ ਆ ਉਹ ਟੂਵਰਡਸ ਡਾਊਨ ਹੀ ਜਾ ਰਿਹਾ, ਨਿਘਾਰ ਵੱਲ ਨੂੰ ਹੀ ਜਾ ਰਿਹਾ। ਤੇ ਪੰਜਾਬ 'ਚ ਕਾਂਗਰਸ ਦੀ ਹਲਚਲ ਦੀ ਗੱਲ ਕਰਦੇ ਆ, ਪਰ ਕਾਂਗਰਸ ਦੀ ਪੰਜਾਬ ਵਿੱਚ ਹੀ ਹਲਚਲ ਨਹੀਂ ਹੈ, ਦੇਸ਼ ਪੱਧਰ ਤੇ ਵੀ ਹਲਚਲ ਹੋ ਰਹੀ ਹੈ। G23 ਵਾਲੇ ਕਾਂਗਰਸੀ ਆਗੂ ਜਾਗੇ ਹੋਏ ਨੇ ਕਿ ਸੁੱਤੇ ਹੋਏ ਨੇ, ਪਰ ਕੁਝ ਨਾ ਕੁਝ ਬੋਲਦੇ ਰਹਿੰਦੇ, ਭਾਵੇਂ ਨੀਂਦ 'ਚ ਹੀ ਬੋਲਣ, ਉਹਨਾਂ ਦੀ ਸੁਣੀ ਜਾ ਰਹੀ ਹੈ ਕਿ ਨਹੀਂ? ਹਾਲਾਂਕਿ ਕੁਝ ਸਮੇਂ ਤੋਂ 2-3 ਹਫ਼ਤਿਆਂ 'ਚ ਪੰਜਾਬ ਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਨਾਲ ਸਰਗਰਮੀ ਦਿਖਾਈ, ਉੱਥੋਂ ਇੱਕ ਗੱਲ ਸਮਝ ਆਉਂਦੀ ਆ ਕਿ ਕਿਉਂਕਿ ਚੋਣ ਜਿਹੜੀ ਆ ਉਹ ਪਾਰਟੀ ਦੇ ਝੰਡੇ ਤੇ ਲੜੀ ਹੋਈ ਆ, ਤੇ ਪਾਰਟੀ ਦਾ ਪ੍ਰਧਾਨ ਜਦੋਂ ਤੁਹਾਨੂੰ ਤੁਹਾਡੇ ਤੋਂ ਉਹ ਮੈਂਬਰਸ਼ਿਪ ਖੋਹ ਲੈ ਤੇ ਤੁਹਾਡੀ ਜਿਹੜੀ ਮੈਂਬਰੀ ਆ ਉਹ ਜਾਂਦੀ ਲੱਗਦੀ ਆ, ਚਾਹੇ ਉਹ ਲੋਕ ਸਭਾ ਦੀ ਆ ਤੇ ਚਾਹੇ ਉਹ ਰਾਜ ਸਭਾ ਦੀ ਆ। ਪਰ ਕੁੱਲ ਮਿਲਾ ਕੇ ਜਿਹੜੀ ਮੈਨੇਜਮੈਂਟ ਆ, ਜਿਹੜੀ ਪਾਰਟੀ ਦੇ ਲੀਡਰਾਂ ਨੂੰ ਇੱਕ ਸੇਧ ਦੇਣੀ ਆ ਲੋਕਾਂ ਦੇ ਵਿੱਚ ਜਾਣ ਤੋਂ, ਕਿਵੇਂ ਕੀ ਕਰਨਾ ਹੈ ਕੀ ਨਹੀਂ ਕਰਨਾ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਹਾਈ ਕਮਾਂਡ ਜਿਹੜੀ ਆ ਉਹ ਆਪਣਾ ਜਿਹੜਾ ਇੱਕ ਪਕੜ ਆ ਉਹ ਪਾਰਟੀ ਤੇ ਗਵਾ ਚੁੱਕੀ ਹੈ। ਤੇ G23 ਦੀ ਤੁਸੀਂ ਗੱਲ ਕੀਤੀ, ਉਹ ਜਿਹੜੇ ਲੋਕ ਇੱਕ ਵਾਰ ਇਕੱਠੇ ਹੋਏ ਸੀ ਜਿਨ੍ਹਾਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਪਾਰਟੀ ਦੇ ਵਿੱਚ ਰਿਫਾਰਮਸ ਕਰਨ ਦੀ, ਚੇਂਜ ਕਰਨ ਦੀ, ਉਹ ਸਾਰੀਆਂ ਫਿਰ ਉਹਨਾਂ ਲੋਕਾਂ ਨੂੰ ਫਿਰ ਵਿਰੋਧੀ ਤੌਰ ਤੇ ਦੇਖਿਆ ਜਾਣ ਲੱਗਾ। ਹਾਲਾਤ ਇਹੋ ਜਿਹੇ ਬਣੇ ਹੋਏ ਨੇ, ਇਕੱਲੇ ਭਾਰਤ ਦੇ ਨਹੀਂ, ਇਕੱਲੇ ਪੰਜਾਬ ਦੇ ਨਹੀਂ, ਇਕੱਲੇ ਕਾਂਗਰਸ ਦੇ ਨਹੀਂ, ਸਾਰੀ ਦੁਨੀਆ ਦੇ, ਕਿ ਜਿਹੜਾ ਵਿਰੋਧ ਆ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ। ਕੋਈ ਵੀ ਸੱਤਾਧਾਰੀ ਧਿਰ ਜਿਹੜੀ ਆ ਉਹ ਵਿਰੋਧ ਨੂੰ ਹਜ਼ਮ ਨਹੀਂ ਕਰ ਪਾ ਰਹੀ, ਚਾਹੇ ਉਹ ਵਿਰੋਧ ਕਹਿ ਲਓ ਜਾਂ ਇੱਦਾਂ ਕਹਿ ਲਓ ਜਿਹੜੀ ਤੁਹਾਨੂੰ ਕੋਈ ਚੰਗੀ ਸਲਾਹ ਵੀ ਦਿੰਦਾ, ਉਹਨੂੰ ਵੀ ਇੱਦਾਂ ਲੱਗਦਾ ਕਿ ਉਹ ਜਿਹੜੀ ਕਹਾਵਤ ਸੀ ਕਿ ਆਪਣੀ ਅਕਲ ਤੇ ਦੂਸਰੇ ਦਾ ਧਨ ਵੱਧ ਲੱਗਦਾ, ਉਹ ਲੱਗਦਾ ਕਿ ਜਿਹੜੀ ਗੱਲ ਮੈਂ ਸੋਚ ਰਿਹਾ, ਜੋ ਮੈਂ ਕਰ ਰਿਹਾ ਉਹੀ ਠੀਕ ਹੈ। ਤੁਸੀਂ ਕਾਂਗਰਸ 'ਚ G23 ਦੀ ਗੱਲ ਕੀਤੀ, ਕਪਿਲ ਸਿੱਬਲ ਤੇ ਗੁਲਾਮ ਨਬੀ ਆਜ਼ਾਦ ਨੇ ਕੱਲ ਵੱਡਾ ਇੱਕ ਬਿਆਨ ਦਿੱਤਾ ਕਹਿ ਲਓ, ਜਾਂ ਹੱਲਾ ਬੋਲਿਆ ਕਹਿ ਲਓ, ਜਾਂ ਹਮਲਾ ਕੀਤਾ ਕਹਿ ਲਓ ਕਿ ਜਦੋਂ ਇਸ ਪਾਰਟੀ 100-125 ਸਾਲ ਪੁਰਾਣੀ ਪਾਰਟੀ ਦਾ ਕੋਈ ਫਿਕਸ ਪ੍ਰਧਾਨ ਹੀ ਨਹੀਂ ਹੈ, ਇੰਟਰਮ ਪ੍ਰੈਜ਼ੀਡੈਂਟ ਆ ਸੋਨੀਆ ਗਾਂਧੀ, ਤੇ ਫਿਰ ਫੈਸਲੇ ਕਿਵੇਂ ਹੋ ਰਹੇ ਨੇ? ਚਾਹੇ ਉਹ ਪੰਜਾਬ ਨਾਲ ਲੈ ਕੇ ਨੇ, ਚਾਹੇ ਉਹ ਪੰਜਾਬ ਤੋਂ ਬਾਹਰੋਂ ਲੈ ਕੇ ਫੈਸਲੇ ਨੇ। ਫਿਰ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਜਦੋਂ ਸਾਹਮਣੇ ਆਉਂਦੀਆਂ ਨੇ, ਫਿਰ ਵੱਖਰੇ ਧੜੇ ਜਿਹੜੇ ਨੇ ਉਹ ਨਿਖਰ ਕੇ ਸਾਹਮਣੇ ਆਉਂਦੇ ਨੇ। ਕਪਿਲ ਸਿੱਬਲ ਦੇ ਬਿਆਨ ਨੂੰ ਫਿਰ ਠੀਕ ਕਰਨ ਲਈ ਫਿਰ ਸੂਰਜੇਵਾਲਾ ਸਾਹਿਬ ਆ ਜਾਂਦੇ ਨੇ, ਹਰਿਆਣਾ ਤੋਂ ਲੀਡਰ ਨੇ, MPV ਨੇ, ਉਹਨਾਂ ਨੇ ਕਿਹਾ ਕਿ ਇਹ ਕਪਿਲ ਸਿੱਬਲ ਨੂੰ ਜਦੋਂ ਮੰਤਰੀ ਬਣਾਇਆ ਉਦੋਂ ਇਸੇ ਲੀਡਰਸ਼ਿਪ ਨੇ ਬਣਾਇਆ ਸੀ, ਉਹਨਾਂ ਨੂੰ ਇਹਨਾਂ 'ਤੇ ਸਵਾਲ ਨਹੀਂ ਚੱਕਣੇ ਚਾਹੀਦੇ। ਬਿਲਕੁਲ ਠੀਕ ਗੱਲ ਆ, ਇਸੇ ਹਾਈ ਕਮਾਂਡ ਨੇ ਹੀ ਬਣਾਇਆ। ਪਰ ਜੇ ਹੁਣ ਹਾਈ ਕਮਾਂਡ ਹੀ ਨਹੀਂ ਆ,
ਜੇ ਤੁਸੀਂ ਸੋਨੀਆ ਗਾਂਧੀ ਨੂੰ ਵੀ ਹਾਈ ਕਮਾਂਡ 'ਚ ਰੱਖਣਾ ਤੇ ਪ੍ਰਧਾਨ ਬਣਾਓ, ਇੱਕ ਪ੍ਰੋਪਰ ਤਰੀਕੇ ਦੇ ਨਾਲ ਪਾਰਟੀ ਨੂੰ ਚਲਾਉਣ, ਸਾਰਾ ਕੁਝ ਸਿਸਟਮ 'ਚ ਰਵੇ ਜੀ। ਜੇ ਪੰਜਾਬ ਦੀ ਹੀ ਗੱਲ ਕਰੀਏ ਤੇ ਬੀਤੇ 3-4 ਹਫ਼ਤਿਆਂ ਤੋਂ ਜਿਹੋ ਜਿਹੀ ਸਥਿਤੀ ਬਣੀ ਹੋਈ ਆ ਜੀ, ਮੈਂ ਇਸ ਗੱਲ ਨੂੰ ਛੱਡ ਹੀ ਦਿੰਦੇ ਆ ਕਿ ਚੰਨੀ ਸਾਹਿਬ ਠੀਕ ਨੇ, ਸਿੱਧੂ ਸਾਹਿਬ ਠੀਕ ਨੇ, ਕੈਪਟਨ ਸਾਹਿਬ ਠੀਕ ਨੇ, ਰਵਨੀਤ ਬਿੱਟੂ ਠੀਕ ਨੇ, ਵਿਜੇਂਦਰ ਸਿੰਗਲਾ ਠੀਕ ਨੇ, ਜਾਂ ਇਹ ਸਾਰੇ ਹੀ ਗਲਤ ਨੇ। ਜੀ, ਪਰ ਹਾਈ ਕਮਾਂਡ ਦੇ ਫੈਸਲਾ ਲੈਣ ਦੀ ਜਿਹੜੀ ਤਾਕਤ ਆ, ਜਿਹੜੀ ਪਾਵਰ ਆ, ਜਾਂ ਜੇ ਕੋਈ ਬੰਦਾ ਗਲਤ ਜਾਂ ਠੀਕ ਆ ਤੇ ਉਹਨੂੰ ਜੇ ਹਾਈ ਕਮਾਂਡ ਦੇ ਕੋਲ ਡਰ ਆ ਕਿ ਸਾਨੂੰ ਬਾਹਰ ਕੱਢ ਸਕਦੇ ਨੇ ਤਾਂ ਫਿਰ ਸਾਰੀਆਂ ਚੀਜ਼ਾਂ ਠੀਕ ਵੀ ਹੋ ਸਕਦੀਆਂ। ਪਰ ਮੈਨੂੰ ਇਦਾਂ ਲੱਗਦਾ ਕਿ ਕਾਫੀ ਸਮੇਂ ਤੋਂ ਸੱਤਾ 'ਚ ਨਾ ਹੋਣ ਕਾਰਨ ਜਿਹੜੀ ਪਾਰਟੀ ਆ ਉਹ ਆਪਣੀ ਕਮਾਂਡ, ਆਪਣੀ ਜਿਹੜੀ ਪਕੜ ਆ ਉਹ ਗਵਾਉਂਦੀ ਜਾ ਰਹੀ ਆ। ਹੋਰ ਵੀ ਬਹੁਤ ਸਾਰੇ ਕਾਰਨ ਨੇ, ਪਰ ਹਾਲ ਦੀ ਘੜੀ ਜਿਹੜਾ ਇੰਨੀ ਕੁ ਗੱਲ ਆ ਕਿ ਇਹਨਾਂ ਦਾ ਜਿਹੜਾ ਸਿਸਟਮ ਆ ਉਹ ਵਿਗੜਿਆ ਹੋਇਆ ਤੇ ਜਿਹੜੇ ਵਿਰੋਧੀ ਲੀਡਰ ਨੇ, ਇਹ ਜਿਹੜੇ G23 ਆ ਉਹਦੇ 'ਚ ਵੱਡੇ ਵੱਡੇ ਪੂਰੇ ਹਿੰਦੁਸਤਾਨ ਤੋਂ, ਵਿਰਪਾ ਮੋਇਲੀ ਤੋਂ ਲੈ ਕੇ ਰਜਿੰਦਰ ਕੌਰ ਭੱਠਲ ਤੱਕ, ਗੁਲਾਮ ਨਬੀ ਆਜ਼ਾਦ, ਹੋਰ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਕਾਂਗਰਸ ਦੇ ਵਿੱਚ ਰਹਿ ਕੇ ਸਾਰੀਆਂ ਚੀਜ਼ਾਂ ਦੇਖੀਆਂ, ਉਹਨਾਂ ਨੇ ਪ੍ਰਸ਼ਨ ਉਠਾਏ ਆ ਤੇ ਇਹਨਾਂ ਨੂੰ ਸਿਸਟਮ ਨੂੰ ਚੇਂਜ ਕਰਨਾ ਚਾਹੀਦਾ। ਪਰ ਇੱਥੇ ਇੱਕ ਹੋਰ ਵੀ ਪਰਮਿੰਦਰ ਜੀ ਸਥਿਤੀ ਬਣੀ ਹੋਈ ਆ, ਨਵੀਂ ਵਾਲੀ ਲੀਡਰਸ਼ਿਪ ਤੇ ਪੁਰਾਣੀ ਵਾਲੀ ਲੀਡਰਸ਼ਿਪ। ਹਾਈ ਕਮਾਂਡ ਦੇ ਵਿੱਚ ਵੀ ਸੋਨੀਆ ਗਾਂਧੀ ਤੇ ਐਂਡ ਪਾਰਟੀ ਜਿਹੜੀ ਆ ਉਹ ਇੱਕ ਵੱਖਰੇ ਤਰੀਕੇ ਦੇ ਨਾਲ ਦੇਖ ਰਹੇ ਨੇ। ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਲੇ ਜਿਹੜਾ ਸਿਸਟਮ ਆ ਉਹ ਪਾਰਟੀ ਨੂੰ ਵੱਖਰੇ ਤਰੀਕੇ ਨਾਲ ਦੇਖ ਰਹੇ ਨੇ ਤੇ ਇਹਦੇ ਵਿੱਚ ਬਹੁਤਾ ਜਿਹੜਾ ਰੋਲ ਆ ਜਾਂ ਕਾਫੀ ਇੰਪੋਰਟੈਂਟ ਰੋਲ ਜਿਹੜਾ ਆ ਉਹ ਪ੍ਰਸ਼ਾਂਤ ਕਿਸ਼ੋਰ ਵੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ। ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਰਾਜਨੀਤੀ ਤੋਂ ਦੇਖਦੇ ਆ, ਉਹਦੇ 'ਚ ਉਹਨਾਂ ਨੂੰ ਸਮਝ ਲੱਗਦੀ ਆ ਕਿ 24 ਨੂੰ ਲੈ ਕੇ ਕਾਲ ਤੇ ਮਚੀ ਹੋਈ ਆ। ਕਾਂਗਰਸ ਪਾਰਟੀ ਵੀ ਸਿਸਟਮ ਨੂੰ ਬਦਲਣਾ ਚਾਹੁੰਦੀ ਆ, ਪਰ ਉਹ ਹਾਲੇ ਤੱਕ ਉਹ ਇੱਕ ਟਰੈਕ ਤੇ ਉੱਤੇ ਆ ਨਹੀਂ ਰਹੇ। ਮਤਲਬ ਨਿਊ ਕਾਂਗਰਸ ਬਣਾਉਣ ਦੇ ਪਿੱਛੇ ਕਿਤੇ 125 ਸਾਲ ਪੁਰਾਣੀ ਕਾਂਗਰਸ ਖਤਮ ਨਾ ਹੋ ਜਾਏ, ਇਹ ਕਾਂਗਰਸ ਹਾਈ ਕਮਾਂਡ ਨੂੰ ਜ਼ਰੂਰ ਸੋਚ ਲੈਣਾ ਚਾਹੀਦਾ। ਜਾਂ ਤੁਸੀਂ ਇਦਾਂ ਕਹਿ ਲਓ ਕਿ ਪਰਿਵਰਤਨ ਨੂੰ ਅਸੈਪਟ ਕਰਦਿਆਂ ਥੋੜਾ ਸਮਾਂ ਲੱਗ ਜਾਂਦਾ ਜੀ। ਤੇ ਇਸ ਵੇਲੇ ਆਪਾਂ ਕੋਈ ਪਰਿਵਰਤਨ ਨਹੀਂ ਕਰਨਾ, ਅਗਲੇ ਮੁੱਦੇ ਤੇ ਗੱਲਬਾਤ ਕਰਾਂਗੇ ਪਰ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਫਿਰ ਤੋਂ ਜਾਰੀ ਹੈ। ਸ਼ਰਮਾ ਜੀ, ਗੱਲ ਪੰਜਾਬ ਦੀ ਕਰ ਲਈ, ਕਾਂਗਰਸ ਦੀ ਕਰ ਲਈ, ਕੇਂਦਰ ਕਾਂਗਰਸ ਦੀ ਕਰ ਲਈ, ਕਾਂਗਰਸ ਦੀ ਹੋਰ ਕਰਨੀ ਹੈ। ਪਿੱਛੇ ਜੀ ਇੱਕ ਮਤਲਬ ਯੰਗਸਟਰ ਕਹਿ ਸਕਦੇ ਹਾਂ, ਕਨਈਆ ਕੁਮਾਰ ਜੀ ਦਾ ਬੜਾ ਜ਼ਿਕਰ ਹੋਇਆ ਸੀ, ਸਟੂਡੈਂਟ ਯੂਨੀਅਨ ਦਾ ਪ੍ਰਧਾਨ ਰਿਹਾ, ਉਸ ਤੋਂ ਬਾਅਦ ਸਿਆਸਤ ਵਿੱਚ ਆਇਆ, ਉਹਨੂੰ ਕਾਂਗਰਸ ਵਿੱਚ ਸ਼ਾਮਿਲ ਕੀਤਾ ਗਿਆ ਤੇ ਉਹਨੂੰ ਲੈ ਕੇ ਆਪਣਿਆਂ ਨੇ ਹੀ ਕਾਂਗਰਸ ਨੂੰ ਘੇਰਿਆ। ਬਿਲਕੁਲ, ਇੱਥੋਂ ਹੀ ਸਾਡਾ ਟੌਪਿਕ ਪਿਛਲਾ ਅੰਕ ਜਿਹੜਾ ਸੀ, ਪਿਛਲਾ ਹਿੱਸਾ ਪ੍ਰੋਗਰਾਮ ਦਾ ਖਤਮ ਹੋਇਆ ਸੀਗਾ ਕਿ ਪਰਿਵਰਤਨ ਜਿਹੜਾ ਹੈ ਉਹਦੇ ਅਸੈਪਟੈਂਸ 'ਚ, ਉਹਨੂੰ ਮੰਨਣ 'ਚ ਥੋੜ੍ਹੀ ਜਿਹੀ ਸਮੱਸਿਆ ਜ਼ਰੂਰ ਆਉਂਦੀ ਹੈ ਜੀ। ਤੁਸੀਂ ਜੇ ਅਸੀਂ ਪਿੱਛੇ ਚਲੇ ਜਾਈਏ ਤੇ ਜਦੋਂ ਬਿਜਲੀ ਆਈ ਸੀ ਤੇ ਉਦੋਂ ਕਿਹਾ ਜਾਂਦਾ ਸੀਗਾ ਕਿ ਜਿਹੜੀ ਬਿਜਲੀ ਦਾ ਪਾਣੀ ਜੋ ਬਿਜਲੀ ਕੱਢ ਗਈ ਆ ਉਹ ਪਾਣੀ ਹੁਣ ਕਿਸੇ ਕੰਮ ਦਾ ਨਹੀਂ ਜੀ। ਅਸੈਪਟੈਂਸ ਜਿਹੜੀ ਆ ਕਿਸੇ ਵੀ ਨਵੀਂ ਚੀਜ਼ ਦੀ ਅਸੈਪਟੈਂਸ ਉਹ ਬਹੁਤ ਔਖੀ ਹੁੰਦੀ ਹੈ। ਰਾਜੀਵ ਗਾਂਧੀ ਦੇ ਦੌਰ 'ਚ ਜਦੋਂ ਕ੍ਰਾਂਤੀ ਆਉਣੀ ਸ਼ੁਰੂ ਹੋਈ, ਡਿਜੀਟਲਾਈਜੇਸ਼ਨ ਸ਼ੁਰੂ ਹੋਈ, ਕੰਪਿਊਟਰ ਆਏ ਤੇ ਉਦੋਂ ਕਿਹਾ ਗਿਆ ਕਿ ਬਹੁਤ ਸਾਰੇ ਲੋਕਾਂ ਨੇ ਬੇਰੁਜ਼ਗਾਰ ਹੋ ਜਾਣਾ, ਇੱਕ ਬੰਦੇ ਦਾ ਕੰਮ, ਕਈ ਬੰਦਿਆਂ ਦਾ ਕੰਮ ਇੱਕ ਕੰਪਿਊਟਰ ਨੇ ਕਰ ਲਿਆ ਕਰਨਾ। ਅਸੀਂ ਰਾਜਨੀਤੀ ਤੇ ਵਾਪਸ ਆਈਏ, ਜਿਗਨੇਸ਼ ਮੇਵਾਨੀ ਗੁਜਰਾਤ ਤੋਂ ਤੇ ਕਨਈਆ ਕੁਮਾਰ ਬਿਹਾਰ ਤੋਂ। ਮੇਵਾਨੀ ਹਾਲਾਂਕਿ ਆਜ਼ਾਦ ਜਿੱਤੇ ਹੋਏ ਨੇ ਤੇ ਕਨਈਆ ਕੁਮਾਰ ਨੇ ਹਾਲੇ ਤੱਕ ਕੋਈ ਇਲੈਕਸ਼ਨ ਜਿਹੜੀ ਆ ਉਹ ਨਹੀਂ ਜਿੱਤੀ। ਤੁਸੀਂ ਬਿਲਕੁਲ ਠੀਕ ਦੱਸਿਆ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ PhD ਦੇ ਸਟੂਡੈਂਟ ਸੀ, ਸਟੂਡੈਂਟ ਯੂਨੀਅਨ ਦੇ ਮੈਂਬਰ ਵੀ ਸੀ ਤੇ ਵਾਕ ਚਤੁਰਾਈ ਜਿਹੜੀ ਜਿਹਨੂੰ ਕਹਿੰਦੇ ਆਪਾਂ ਭਾਸ਼ਣ ਦੀ ਕਲਾ ਬਹੁਤ ਉਹਨਾਂ ਕੋਲ ਕਮਾਲ ਦੀ ਆ। ਜਿਸ ਯੂਨੀਵਰਸਿਟੀ 'ਚੋਂ ਪੜ੍ਹਦੇ ਨੇ ਉੱਥੇ ਦਾ ਮਾਹੌਲ ਵੀ ਇਹੋ ਜਿਹਾ ਕਿ ਰਾਜਨੀਤੀ ਉੱਥੇ ਜਿਹੜੀ ਆ ਉਹ ਹਵਾ 'ਚ ਆ। ਬਹੁਤ ਬੜੀ ਪ੍ਰਤਿਸ਼ਠਿਤ ਹਿੰਦੁਸਤਾਨ ਦੀ ਯੂਨੀਵਰਸਿਟੀ ਆ ਤੇ ਉੱਥੋਂ ਇੱਕ ਨਹੀਂ, ਉੱਥੋਂ ਬਹੁਤ ਸਾਰੇ ਵੱਡੇ ਲੋਕ ਪੜ੍ਹ ਕੇ ਨਿਕਲੇ ਹੋਏ ਨੇ। ਜੇ ਅਸੀਂ ਨਾਮ ਲੈਣ ਲੱਗੇ ਤਾਂ ਸਾਡੀ ਕੈਬਨਿਟ ਦੇ ਵਿੱਚ ਹੀ 8-10 ਬੰਦੇ ਉੱਥੋਂ ਨਿਕਲੇ ਹੋਏ ਹੋਣੇ ਨੇ। ਮਸ਼ਹੂਰ ਹੋਏ ਜਦੋਂ ਉੱਥੇ ਦੰਗੇ ਹੋਏ ਜਾਂ ਐਂਟੀ ਮੁਸਲਮਾਨ ਜਾਂ ਮੁਸਲਮਾਨਾਂ ਦੇ ਹੱਕ ਦੇ ਵਿੱਚ ਕੁਝ ਨਾਅਰੇ ਲਾਉਣ ਦੀ ਗੱਲ ਹੋਈ। ਉਮਰ ਖਾਲਿਦ ਹਾਲੇ ਵੀ ਜੇਲ੍ਹ 'ਚ ਨੇ। ਕਨਈਆ ਕੁਮਾਰ ਹੁਣ ਕਾਂਗਰਸ ਪਾਰਟੀ ਜੁਆਇਨ ਕਰ ਗਏ ਨੇ ਤੇ ਇਹਨਾਂ ਦੇ ਨਾਲ ਇੱਕ ਹੋਰ ਅਨਿਰੁੱਧ ਬੇਨ ਸੀ, ਉਹ ਪਬਲਿਕ ਲਾਈਫ 'ਚ ਨਜ਼ਰ ਨਹੀਂ ਆਉਂਦੇ। ਉਹਨਾਂ ਨੇ ਇਹ ਸਾਰਾ ਕੁਝ ਛੱਡ ਕੇ ਕਿਸੇ ਆਪਣੇ ਕੰਮ ਦੇ ਵਿੱਚ ਜੀ ਲਾ ਲਿਆ ਜਾਂ ਉਹ ਕਿਤੇ ਇਸ ਜਿਹੜੀ ਚੱਕਾਚੌਂਦ ਵਾਲੀ ਲਾਈਫ ਸੀ ਜਾਂ ਸਿਆਸਤ ਵਾਲੀ ਲਾਈਫ ਸੀ ਜਾਂ ਕਹਿ ਲਓ ਅੰਦੋਲਨ ਵਾਲੀ ਲਾਈਫ ਸੀ, ਉਹਦੇ 'ਚੋਂ ਉਹ ਬਾਹਰ ਚਲੇ ਗਏ। ਜਦੋਂ ਅਸੀਂ ਅੱਜ ਕਨਈਆ ਕੁਮਾਰ ਦੀ ਗੱਲ ਕਰਦੇ ਹਾਂ ਤੇ ਉਮਰ ਖਾਲਿਦ ਦੀ ਵੀ ਗੱਲ ਨਾਲ ਕਰਨੀ ਬਣਦੀ ਆ ਕਿ ਉਹ ਹਾਲੇ ਵੀ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਉਹ ਜੇਲ੍ਹ ਵਿੱਚ ਹੀ ਨੇ। ਕਨਈਆ ਕੁਮਾਰ ਬੜੀ ਨੋਰਮਲ ਜੀ ਫੈਮਿਲੀ ਤੋਂ ਆਉਂਦੇ। ਉਹਨਾਂ ਦੀ ਮਦਰ ਇੱਕ
ਆਂਗਨਵਾੜੀ ਵਰਕਰ ਆ, ਤੇ ਬਿਹਾਰ ਦੇ ਵਿੱਚ ਉਹਨਾਂ ਨੇ ਇਲੈਕਸ਼ਨ ਵੀ ਲੜੀ, ਹਾਲਾਂਕਿ ਬਹੁਤ ਬੁਰੇ ਤਰੀਕੇ ਨਾਲ ਹਾਰੇ। ਜੀ ਪਰ ਸਿਰਫ ਉਹ ਆਪਣੀ ਗੱਲਬਾਤ ਨਾਲ, ਆਪਣੇ ਬੋਲਣ ਦੇ ਸਲੀਕੇ ਨਾਲ ਤੇ ਆਪਣੇ ਭਾਸ਼ਣ ਦੀ ਕਲਾ ਨਾਲ ਹੀ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਵੱਡਾ ਇੱਕ ਚਿਹਰਾ ਬਣ ਕੇ ਉੱਭਰੇ। ਜੀ ਇੱਕ ਵੱਡਾ ਚਿਹਰਾ ਵੀ ਬਣ ਕੇ ਉੱਭਰੇ, ਨਾਲ ਦੀ ਨਾਲ ਦੋ ਹੋਰ ਕੁਆਲਿਟੀਆਂ ਲੈ ਕੇ ਉੱਭਰੇ। ਇੱਕ ਤਾਂ ਉਹ ਐਂਟੀ ਮੋਦੀ ਬੋਲਣ ਵਾਲੇ ਨਿਕਲੇ, ਜੀ ਦੂਸਰਾ ਉਹ ਸਮੇਂ ਦੀ ਸਰਕਾਰ ਨੂੰ ਚੁਣੌਤੀ ਦੇਣ ਵਾਲੀ ਜਿਹੜੀ ਉਹਨਾਂ ਨੇ ਗੱਲ ਉਹ ਹਮੇਸ਼ਾ ਕੀਤੀ। ਜੀ ਇਸੇ ਕਰਕੇ ਉਹ CPI ਦੇ ਮੈਂਬਰ ਵੀ ਸੀ, ਕਮਿਊਨਿਸਟ ਪਾਰਟੀ ਦੇ ਵਿੱਚ ਵੀ ਸੀ। ਹੁਣ ਉਹਨਾਂ ਨੇ ਦੇਖਿਆ ਜਾਂ ਸੋਚਿਆ, ਕੀ ਸਮਝਿਆ ਕੀ ਨਹੀਂ ਸਮਝਿਆ, ਇਹਦੇ ਬਾਰੇ ਇਹ ਵੱਖਰੀ ਗੱਲ ਹੈ, ਇਹ ਉਹਨਾਂ ਨੂੰ ਪਤਾ ਹੋਊਗਾ। ਪਰ ਉਹਨਾਂ ਨੇ ਪ੍ਰੋਪਰਲੀ ਕਾਂਗਰਸ ਦੀ ਜਿਹੜੀ ਮੈਂਬਰਸ਼ਿਪ ਆ ਉਹ ਲੈ ਲਈ। ਇਹਦੇ ਵਿੱਚ ਫਿਰ ਉਹ ਬਦਲਾਵ ਜਿਹੜਾ ਉਹ ਨਜ਼ਰ ਆਉਂਦਾ। ਗੁਜਰਾਤ ਜਿੱਥੇ 3-4 ਵਾਰ ਤੋਂ ਕਾਂਗਰਸ ਦੇ ਕੋਈ ਪੈਰ ਨਹੀਂ ਲੱਗਦੇ ਪਏ, ਉੱਥੋਂ ਜਗਨੇਸ਼ ਮੇਵਾਨੀ ਤੇ ਨਾਲ ਦੀ ਨਾਲ ਹਾਰਦਿਕ ਪਟੇਲ ਵੀ ਉੱਥੇ ਸੀ, ਜਿਨ੍ਹਾਂ ਨੇ ਉਹ ਸਾਰੀ ਉੱਥੇ ਇੱਕ ਵਾਰ ਪਟੇਲ ਪਾਟੀਦਾਰ ਅੰਦੋਲਨ ਦਾ ਮੁੱਢ ਬੰਨ੍ਹ ਦਿੱਤਾ ਸੀ, ਤੇ ਗੁਜਰਾਤ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਉਥਲ ਪੁਥਲ ਨਜ਼ਰ ਆਉਂਦੀ ਸੀ। ਜਿੱਦਾਂ ਹਰਿਆਣੇ ਦੇ ਵਿੱਚ ਜਾਟ ਅੰਦੋਲਨ ਸੀ, ਰਾਜਸਥਾਨ 'ਚ ਸੀ, ਜਿੱਦਾਂ ਹੁਣ ਇੱਥੇ ਕਿਸਾਨ ਅੰਦੋਲਨ ਆ, ਇਸੇ ਤਰੀਕੇ ਦਾ ਹੀ ਅੰਦੋਲਨ ਜਿਹੜਾ ਉੱਥੇ ਪਾਟੀਦਾਰ ਸਮਾਜ ਦੇ ਵਿੱਚ ਹਾਰਦਿਕ ਪਟੇਲ ਨੇ ਸ਼ੁਰੂ ਕਰ ਦਿੱਤਾ ਸੀ। ਉਮਰ ਉਹਨਾਂ ਦੀ ਵੀ ਬੜੀ ਥੋੜ੍ਹੀ ਆ, ਹਾਲਾਂਕਿ ਉਹ ਇਸ ਤਰੀਕੇ ਨਾਲ ਲੰਬਾ ਨਹੀਂ ਚੱਲਿਆ। ਉਹਦੀਆਂ ਜਿਹੜੀਆਂ ਐਸਪੀਰੇਸ਼ਨ ਸੀਗੀਆਂ, ਉਹਨਾਂ ਦੀ ਜਿਹੜੀ ਸੋਚ ਸੀ ਉਹ ਕਿਸੇ ਹੋਰ ਤਰੀਕੇ ਦੀ ਸੀ, ਆਰਕਸ਼ਣ ਚਾਹੁੰਦੇ ਸੀ, ਜਾਂ ਉਹ ਸਮਾਜ ਦੇ ਵਿੱਚ ਕੁਝ ਹੋਰ ਚੀਜ਼ਾਂ ਰਾਜਨੀਤੀ ਦੇ ਵਿੱਚ ਕਰਦੇ ਸੀ। ਹੁਣ ਕਾਂਗਰਸ ਦੇ ਨਜ਼ਰੀਏ ਤੋਂ ਦੇਖੀਏ ਤਾਂ ਤੁਸੀਂ ਇਹੀ ਗੱਲ ਕੀਤੀ ਕਿ ਕਮਿਊਨਿਸਟ ਜਿਹੜੀ ਆ ਆਈਡੀਓਲੋਜੀ ਇਹਦੇ 'ਚ ਸ਼ਾਮਲ ਹੋ ਰਹੀ ਹੈ। ਆਪਣੇ ਨੇਤਾ ਨੇ ਕਿਹਾ, ਤਿਵਾੜੀ ਹੋਰਾਂ ਨੇ। ਬਿਲਕੁਲ, ਮਨੀਸ਼ ਤਿਵਾੜੀ ਨੇ ਤੁਸੀਂ ਦੱਸਿਆ ਕਿ ਇੱਕ ਟਵੀਟ ਕੀਤਾ ਕਿ ਉਹਨਾਂ ਨੇ ਕਿਹਾ ਕਿ ਇੱਥੇ ਕਮਿਊਨਿਸਟ ਜਿਹੜੇ ਸ਼ਾਮਲ ਹੋ ਜਾਣਗੇ। ਪਰ ਇੱਕ ਗੱਲ ਇਹ ਹੈ ਨਾ ਕਿ ਜਦੋਂ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਬਣਦੀ ਆ, ਜਦੋਂ ਹਿੰਦੁਸਤਾਨ ਦੇ ਵਿੱਚ BJP ਵਾਲੀ ਰਾਜਨੀਤੀ ਦਾ ਉਥਾਨ ਹੁੰਦਾ, ਉਸ ਤੋਂ ਬਾਅਦ ਫਿਰ ਕਾਂਗਰਸ ਦੀ ਤੇ ਕਮਿਊਨਿਸਟਾਂ ਵਾਲੀ ਜਿਹੜੀ ਆਈਡੀਓਲੋਜੀ ਆ ਥੋੜੀ ਨੇੜੇ ਆ ਗਈ। ਹਾਲਾਂਕਿ ਜੇ ਦੋਨਾਂ ਪਾਰਟੀਆਂ ਦੀ ਅਸੀਂ ਵਿਚਾਰਧਾਰਾ ਨੂੰ ਪੜ੍ਹੀਏ, ਸੰਵਿਧਾਨ ਨੂੰ ਪੜ੍ਹੀਏ, ਤੇ ਉਹਦੇ 'ਚ ਮੇਲ ਮਿਲਾਪ ਦੀ ਗੁੰਜਾਇਸ਼ ਘੱਟ ਸੀ। ਪਰ ਫਿਰ ਵੀ ਉਹ ਖੱਬੇ ਪੱਖੀ ਸੀ, ਤੇ ਜਿਹੜੀ ਕਾਂਗਰਸ ਸੀ ਉਹ ਸੈਂਟਰਿਸਟ ਸੀ, ਤੇ ਜਿਹੜੇ BJP ਵਾਲੇ ਇਹਨਾਂ ਨੂੰ ਜੇ ਰਾਈਟ 'ਚ ਰੱਖ ਲਈਏ ਤੇ ਉਹਨਾਂ ਦੇ ਨਾਲ ਮੇਲ ਦੀ ਸੰਭਾਵਨਾ ਥੋੜੀ ਬਣਦੀ ਜਾਂਦੀ ਸੀ। ਸਮਾਜਵਾਦ ਦੇ ਉਹ ਜ਼ਿਆਦਾ ਨੇੜੇ ਆ, ਕਾਂਗਰਸ ਨੂੰ ਆਮ ਲੋਕਾਂ ਦੀ ਪਾਰਟੀ ਮੰਨਿਆ ਜਾਂਦਾ ਸੀਗਾ, ਜਾਂ ਗਰੀਬਾਂ ਦੀ ਜਾਂ ਦਲਿਤਾਂ ਦੀਆਂ ਗੱਲਾਂ ਇਹ ਅਕਸਰ ਕਰਦੇ ਰਹੇ ਨੇ। ਤੇ BJP ਦੇ ਬਾਰੇ 'ਚ ਆਮ ਤੌਰ 'ਤੇ ਕਿਹਾ ਜਾਂਦਾ ਕਿ ਵਪਾਰੀ ਵਰਗ ਨਾਲ ਇਹਨਾਂ ਦਾ ਜੁੜਾਵ ਜ਼ਿਆਦਾ ਰਿਹਾ, ਜਾਂ ਹਿੰਦੂਇਜ਼ਮ ਨਾਲ ਜ਼ਿਆਦਾ ਰਿਹਾ। BJP ਦੀ ਪਾਲਿਸੀ ਨੂੰ ਦੇਖਦੇ ਫੋਲੋ ਕਰਦੇ ਕਾਂਗਰਸ ਵੀ ਕਈ ਵਾਰ ਇਸ ਉਲਝਣ 'ਚ ਰਹੀ ਆ ਕਿ ਕੀ ਕੀਤਾ ਜਾਵੇ, ਕੀ ਨਾ ਕੀਤਾ ਜਾਵੇ, ਕਿੱਧਰ ਜਾਇਆ ਜਾਵੇ ਤੇ ਕਿੱਧਰ ਨਾ ਜਾਇਆ ਜਾਵੇ। ਇਸੇ ਹੀ ਗੱਲ ਨੂੰ ਅਸੀਂ ਅਕਸਰ ਹਾਈ ਕਮਾਂਡ ਦਾ ਕਸੂਰ ਮੰਨਦੇ ਹਾਂ। ਤੁਸੀਂ ਮੁਲਕ ਦੀ ਐਡੀ ਸਿਆਣੀ, ਐਡੇ ਲੰਬੇ ਸਮੇਂ ਦੀ, ਐਡੀ ਪੁਰਾਣੀ ਪਾਰਟੀਆਂ, ਫਿਰ ਵੀ ਤੁਸੀਂ ਦੂਸਰੇ ਦੀਆਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਇੱਧਰ ਉੱਧਰ ਹੋ ਰਹੇ ਆ। ਪਰ ਹੁਣ ਜਿਹੜੀਆਂ ਸਥਿਤੀਆਂ ਅੱਜ ਬਣੀਆਂ ਨੇ ਇਹਨਾਂ ਦੋਨਾਂ ਦੇ ਆਉਣ ਨਾਲ, ਮੇਵਾਨੀ ਨੇ ਹਾਲੇ ਕਿ ਵਿਧੀਵਤ ਤੌਰ 'ਤੇ ਸ਼ਾਮਿਲ ਨਹੀਂ ਹੋਏ ਉਹਨਾਂ ਦੇ ਕੋਲ, ਕਿਉਂਕਿ ਇੱਕ MLA-ਸ਼ਿਪ ਆ ਤੇ ਉਹ ਚਾਹੁੰਦੇ ਨਹੀਂ ਕਿ ਇਹਨੂੰ ਗਵਾਇਆ ਜਾਵੇ। ਨਾਲੇ ਵੈਸੇ ਵੀ ਟਾਈਮ ਹਾਲੇ ਹੈਗਾ, ਪਹਿਲਾਂ ਅਗਲੇ ਸਾਲ ਹੀ ਫਰਵਰੀ ਦੇ 22 ਦੇ ਵਿੱਚ ਹੀ ਐਂਡ ਤੱਕ ਗੁਜਰਾਤ ਦੀਆਂ ਇਲੈਕਸ਼ਨ ਵੀ ਆ ਜਾਣੀਆਂ, ਤੇ 24 ਜਿਹੜੀ ਹਾਲੇ ਦੂਰ ਆ। ਤੇ ਕਾਂਗਰਸ ਕੋਸ਼ਿਸ਼ ਕਰੇਗੀ ਕਿ ਜਗਨੇਸ਼ ਮੇਵਾਨੀ ਤੇ ਹਾਰਦਿਕ ਪਟੇਲ ਤੇ ਇਹਨਾਂ ਨੂੰ ਗੁਜਰਾਤ 'ਚ ਪ੍ਰੈਜ਼ੈਂਟ ਕੀਤਾ ਜਾਵੇ, ਤੇ ਕਨਈਆ ਕੁਮਾਰ ਨੂੰ ਬਿਹਾਰ 'ਚ ਪ੍ਰੈਜ਼ੈਂਟ ਕੀਤਾ ਜਾਵੇ। ਪਰ ਨਾਲ ਦੀ ਨਾਲ ਇਹ ਵੀ ਦੇਖਣਾ ਬਣੇਗਾ ਕਿ ਇਹਨਾਂ ਨੇ 2-3-4 ਚਿਹਰੇ ਗਵਾਏ ਵੀ ਨੇ, ਰਾਜਸਥਾਨ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਤੇ UP ਦੇ ਵਿੱਚ ਜਤਿਨ ਪ੍ਰਸਾਦ, ਉੱਥੇ ਮਾਧਵਰਾਵ ਸਿੰਧੀਆ ਦਾ ਬੇਟਾ ਜੋਤੀਆਦਿੱਤਿਆ ਸਿੰਧੀਆ, ਤੇ ਇੱਧਰ ਇੱਕ ਹੋਰ ਵੱਡੇ ਲੀਡਰ ਨੇ ਜਿਨ੍ਹਾਂ ਦਾ ਮੈਨੂੰ ਨਾਮ ਹੁਣ ਦਿਮਾਗ 'ਚ ਨਹੀਂ ਆਉਂਦਾ, ਗਹਿਲੋਤ ਦੇ ਬਰਾਬਰ ਉਹ ਪਾਰਟੀ ਦੇ ਪ੍ਰਧਾਨ ਸੀ। ਉਹਨਾਂ ਨੇ ਵੀ ਜਿਹੜਾ ਕਈ ਵਾਰ ਇਸ ਵਿਰੋਧ ਦਾ ਕੀਤਾ ਕਿ ਮੈਨੂੰ ਪਾਰਟੀ ਦਾ ਪ੍ਰਧਾਨ, ਸਚਿਨ ਪਾਇਲਟ, ਬਿਲਕੁਲ ਰਾਜੇਸ਼ ਪਾਇਲਟ ਦੇ ਬੇਟੇ। ਸੋ ਕਾਂਗਰਸ ਨੇ ਇਹ ਜਿਹੜੇ ਬਦਲਾਵ ਕੀਤੇ ਨੇ, ਇਹਨਾਂ ਨੂੰ ਇੱਦਾਂ ਵੀ ਤੁਸੀਂ ਕਹਿ ਸਕਦੇ ਆ ਕਿ ਕਮਿਊਨਿਜ਼ਮ ਤੋਂ ਆਏ ਨੇ ਜਾਂ ਕਮਿਊਨਿਸਟ ਤੋਂ ਆਏ ਨੇ, ਪਰ ਇੱਕ ਪਰਿਵਰਤਨ ਜਿਹੜਾ ਆ, ਇੱਕ ਲਹਿਰ ਜਿਹੜੀ ਆ ਉਹ ਬਣੀ ਆ। ਤੇ ਜੇਕਰ ਉਹ BJP ਨੂੰ ਟੱਕਰ ਦੇਣੀ ਆ ਤੇ ਇਹੋ ਜਿਹੇ ਲਾਈਕ ਮਾਈਂਡਡ ਲੋਕਾਂ ਨੂੰ ਵਿੱਚ ਲੈ ਕੇ ਆਉਣਾ ਪਵੇਗਾ। ਪਰ ਸਮਾਂ ਜਿਹੜਾ ਆ ਉਹ ਜ਼ਰੂਰ ਲੱਗੇਗਾ, ਉਹਦੇ ਲਈ ਹਾਈ ਕਮਾਂਡ ਨੂੰ ਹਾਲੇ ਹੋਰ ਬਹੁਤ ਸਾਰੇ ਤਰੱਦਦ ਜਿਹੜੇ ਉਹ ਕਰਨੇ ਪੈਣਗੇ। ਤੇ ਸ਼ਰਮਾ ਜੀ, ਹੁਣ ਪੰਜਾਬ 'ਚ ਜਿਹੜੇ ਇੱਕ ਨੇਤਾ ਦਿੱਲੀ ਦੇ ਮੁੱਖ ਮੰਤਰੀ ਪਹੁੰਚੇ ਨੇ, ਉਹ ਵੀ ਕੁਝ ਐਲਾਨ ਕਰ ਰਹੇ ਨੇ, ਕੀ ਕਹਿ ਰਹੇ ਨੇ ਉਹ ਪੰਜਾਬ ਵਾਸੀਆਂ ਨੂੰ? ਬਿਲਕੁਲ ਜੀ, ਬਹੁਤ ਭਾਰੀ ਬਹੁਮਤ ਨਾਲ ਦਿੱਲੀ ਦੇ ਵਿੱਚ ਉਹਨਾਂ ਨੇ ਸਰਕਾਰ ਬਣਾਈ, ਤੇ ਸਾਰੇ ਹਿੰਦੁਸਤਾਨ ਨੂੰ ਇੱਕ ਨਵਾਂ ਮਾਡਲ ਦੇਣ ਦੀ ਗੱਲ ਉਹ ਕਰਦੇ ਨੇ। ਦਿੱਲੀ ਮਾਡਲ ਉਹ ਕਹਿੰਦੇ ਨੇ। ਉਹ ਦੱਸਦੇ ਆ ਕਿ ਮੈਂ ਪਾਣੀ ਜਿਹੜਾ ਆ ਬਹੁਤ ਲੋਕਾਂ ਨੂੰ, ਸਾਰੀ ਦਿੱਲੀ ਨੂੰ ਫ੍ਰੀ ਦਿੱਤਾ, ਐਜੂਕੇਸ਼ਨ ਦੇ ਵਿੱਚ ਰਿਮਾਰਕੇਬਲ ਕੰਮ ਕੀਤਾ, ਹੈਲਥ ਸੈਕਟਰ 'ਚ ਕੰਮ ਕੀਤਾ। ਪਰ ਪੰਜਾਬ, ਦਿੱਲੀ ਤੋਂ ਬਾਹਰ ਜੇ ਉਹਨਾਂ ਦੀ ਕਿਤੇ ਗੱਲ ਥੋੜ੍ਹੀ ਬਹੁਤ ਸੁਣੀ ਗਈ ਤਾਂ ਉਹ ਪੰਜਾਬ ਸੀ। ਪਿਛਲੀਆਂ ਇਲੈਕਸ਼ਨਸ ਦੇ ਵਿੱਚ 14 ਦੇ ਵਿੱਚ ਵੀ ਉਹਨਾਂ ਨੂੰ ਇੱਥੋਂ 4 ਸੀਟਾਂ ਮਿਲੀਆਂ ਲੋਕ ਸਭਾ ਇਲੈਕਸ਼ਨ ਦੇ ਵਿੱਚ,
ਤੇ ਬਾਅਦ ਵਿੱਚ 17 ਦੇ ਵਿੱਚ ਜਦੋਂ ਇੱਥੇ ਵਿਧਾਨ ਸਭਾ ਚੋਣਾਂ ਹੋਈਆਂ ਉਦੋਂ ਵੀ ਉੱਥੋਂ ਇਹਨਾਂ ਨੂੰ ਚੰਗੀਆਂ ਸੀਟਾਂ ਮਿਲੀਆਂ, ਦੂਜੇ ਨੰਬਰ ਦੀ ਪਾਰਟੀ ਬਣੇ, ਅਕਾਲੀ ਦਲ ਤੀਸਰੇ ਨੰਬਰ ਤੇ ਚਲੇ ਗਏ ਜੀ। ਉਸੇ ਹੀ ਤਰੀਕੇ ਨੂੰ ਦੁਹਰਾਉਂਦੇ ਹੋਏ ਇਹ ਇਸ ਵਾਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਹੁਤ ਐਕਟਿਵਲੀ ਵਿਚਰ ਰਹੀ ਆ ਜੀ। ਬੀਤੇ ਸਮੇਂ 'ਚ 2-3 ਵਾਰ ਉਹ ਇੱਥੇ ਆ ਚੁੱਕੇ ਨੇ। ਇੱਕ ਵਾਰ ਉਹਨਾਂ ਨੇ ਇੱਕ ਸਾਬਕਾ ਵੱਡੇ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਨੌਕਰੀ ਛੱਡੀ ਸੀ ਬੇਅਦਬੀ ਵਾਲੇ ਕਾਂਡ ਦੇ ਵਿੱਚ, ਉਹਨਾਂ ਨੂੰ ਜੁਆਇਨ ਕੀਤਾ ਸੀ। ਬਾਅਦ ਵਿੱਚ ਕੀ ਦੇਖਿਆ ਜਾ ਰਿਹਾ ਸੀਗਾ ਕਿ ਹੋਰ ਵੱਡੇ ਵੱਡੇ ਚਿਹਰੇ ਜੁਆਇਨ ਹੋਣਗੇ, ਪਰ ਹਾਲੇ ਤੱਕ ਇੱਕ ਖੜੌਤ ਜੀ ਆਈ ਹੋਈ ਹੈ। ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਛੋਟੇ ਛੋਟੇ ਪੋਸਟਰ ਨਜ਼ਰ ਆਉਂਦੇ ਨੇ ਕਿ ਕੇਜਰੀਵਾਲ ਨੇ ਵਾਅਦਾ ਨਹੀਂ ਕੀਤਾ, ਗਰੰਟੀ ਦਿੱਤੀ ਆ ਕਿ ਬਿਜਲੀ ਸਸਤੀ ਹੋ ਜਾਏਗੀ, ਕਿਉਂਕਿ ਉਹ ਦਿੱਲੀ 'ਚ ਸਾਰਾ ਕੁਝ ਕਰ ਚੁੱਕੇ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਫਿਰ ਹੁਣ ਇਹ ਪੰਜਾਬ ਦੇ ਵਿੱਚ ਵੀ ਕਰਨ ਦਾ ਜਿਹੜਾ ਆ ਉਹ ਐਲਾਨ ਕੀਤਾ। ਕੱਲ ਫੇਰ ਆਏ ਸੀ ਉਹ, ਪੀਤੇ ਦੇ ਵਿੱਚ ਜਦੋਂ ਉਹ 1-2 ਵਾਰ ਆਏ ਨੇ, ਸੇਵਾ ਸਿੰਘ ਸੇਖਵਾਂ ਨੂੰ ਉਹਨਾਂ ਨੇ ਜੁਆਇਨ ਕਰਵਾਇਆ ਸੀ ਤੇ ਉਦੋਂ ਉਹਨਾਂ ਦੇ ਜਿਹੜੇ ਪੰਜਾਬ ਇਕਾਈ ਦੇ ਪ੍ਰਧਾਨ ਨੇ ਭਗਵੰਤ ਮਾਨ, ਜਿਹੜੇ ਮੈਂਬਰ ਪਾਰਲੀਮੈਂਟ ਨੇ ਵੀ ਨੇ ਦੂਸਰੀ ਵਾਰ ਦੇ, ਉਹ ਨਾਲ ਤਾਂ ਸੀ ਪਰ ਬਹੁਤਾ ਕੁਝ ਬੋਲਦੇ ਨਜ਼ਰ ਨਹੀਂ ਆਏ। ਕੱਲ ਇੰਨਾ ਕੁ ਗੱਲ ਜ਼ਰੂਰ ਸਮਝ ਆਈ ਕਿ ਭਗਵੰਤ ਮਾਨ ਨੇ ਵੀ ਉਹਦੇ 'ਚ ਬੋਲਿਆ, ਭਾਸ਼ਣ ਦਿੱਤਾ ਤੇ ਚੰਗੀਆਂ ਗੱਲਾਂ ਕੀਤੀਆਂ। ਹਾਲਾਂਕਿ ਕੇਜਰੀਵਾਲ ਇਸ ਗੱਲ ਤੋਂ ਟਾਲਾ ਵੱਟਦੇ ਹੀ ਨਜ਼ਰ ਆਏ ਕਿ ਉਹਨਾਂ ਨੇ ਸੀਐਮ ਕਿਸੇ ਨੂੰ ਐਲਾਨ ਸੀਐਮ ਦਾ ਨਾਮ ਐਲਾਨ ਕਰਨਾ ਕਿ ਨਹੀਂ ਕਰਨਾ, ਅਨਾਉਂਸਮੈਂਟ ਕਰਨੀ ਆ ਕਿ ਸਾਡਾ ਚਿਹਰਾ ਹੋਵੇਗਾ ਕਿ ਨਹੀਂ, ਕੌਣ ਹੋਵੇਗਾ। ਪਰ ਉਹਨਾਂ ਨੇ ਜਿਹੜੀਆਂ 2-4 ਗੱਲਾਂ ਕੀਤੀਆਂ ਉਹਦੇ ਵਿੱਚ ਵੱਡੀ ਗੱਲ ਇਹ ਸੀ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਵਪਾਰੀ ਵਰਗ ਆ ਉਹਦਾ ਵੀ ਪੂਰਾ ਧਿਆਨ ਰੱਖਾਂਗੇ। ਉਹਨਾਂ ਦੇ ਉੱਤੇ ਜਿਹੜੀ GST ਦੀ ਸਲੈਬ ਆ ਉਹਨੂੰ ਅਸੀਂ ਕਿਸੇ ਵੀ ਚੀਜ਼ ਤੋਂ ਘਟਾ ਕੇ ਥੋੜ੍ਹਾ ਬਹੁਤ ਘਟਾਉਣ ਦੀ ਗੱਲ ਕੀਤੀ, ਕਿਤੇ 8% ਹੈ ਤੇ ਉਹਨੂੰ 5% ਕਰਨ ਦੀ ਗੱਲ ਕਰਦੇ ਨਜ਼ਰ ਆਏ। ਇੰਸਪੈਕਟਰ ਰਾਜ ਤੋਂ ਛੁਟਕਾਰਾ ਦਿਵਾਉਣ ਦੀ ਤੇ ਮੁਕਤ ਕਰਵਾਉਣ ਦੀ ਗੱਲ ਕਰਦੇ ਵੀ ਉਹ ਨਜ਼ਰ ਆਏ। ਨਾਲ ਦੀ ਨਾਲ ਉਹਨਾਂ ਨੇ ਗੱਲ ਕੀਤੀ ਕਿ ਹੈਲਥ ਸੈਕਟਰ ਨੂੰ ਪੰਜਾਬ ਦੇ ਵਿੱਚ ਅਸੀਂ ਬਹੁਤ ਵਧੀਆ ਬਣਾ ਕੇ ਦੇਵਾਂਗੇ। 16,000 ਮੁਹੱਲਾ ਕਲੀਨਿਕ ਜਾਂ ਪਿੰਡ ਕਲੀਨਿਕ ਜਾਂ ਡਿਸਪੈਂਸਰੀਆਂ ਜੋ ਵੀ ਉਹ ਬਣਾਉਣਗੇ, ਉਹਨਾਂ ਨੇ ਇੱਕ ਮਾਡਲ ਜਿਹੜਾ ਉਹਦਾ ਰੱਖਿਆ। ਬਿਜਲੀ ਦੀ ਗੱਲ ਉਹ ਪਹਿਲਾਂ ਹੀ ਕਰ ਚੁੱਕੇ ਨੇ ਤੇ ਨਾਲ ਦੀ ਨਾਲ ਉਹ ਇਹ ਗੱਲ ਜ਼ਰੂਰ ਕਰਦੇ ਨੇ ਕਿ ਇਹ ਜਿਹੜੇ ਸਾਡੇ ਦਾਅਵੇ ਨੇ ਜਾਂ ਸਾਡੇ ਜਿਹੜੇ ਵਾਅਦੇ ਨੇ, ਇਹ ਨਾ ਤੇ ਦਾਅਵੇ ਨੇ ਨਾ ਵਾਅਦੇ ਨੇ, ਇਹ ਪ੍ਰੋਪਰ ਗਰੰਟੀ ਆ ਅਸੀਂ ਇਹ, ਕਿਉਂਕਿ ਅਸੀਂ ਕਰ ਚੁੱਕੇ ਹਾਂ। ਦੇਖੋ ਇੱਕ ਗੱਲ ਉਹਨਾਂ ਕੋਲ ਹੈ ਕਹਿਣ ਲਈ ਕਿ ਅਸੀਂ ਉੱਥੇ ਕਰ ਚੁੱਕੇ ਹਾਂ, ਇਸ ਕਰਕੇ ਅਸੀਂ ਇੱਥੇ ਵੀ ਕਰਾਂਗੇ। ਸੋ ਹੁਣ ਗੱਲ ਇਹ ਆ ਕਿ ਇਹ ਗੱਲ ਕੋਈ ਨਹੀਂ ਦੱਸਦਾ ਕਿ ਬਿਜਲੀ ਦੇ ਜੋ ਹਾਲਾਤ ਨੇ ਪੰਜਾਬ ਦੇ ਵਿੱਚ ਇਹ ਬਣਨੀ ਕਿੱਦਾਂ ਆ। ਉੱਥੇ ਦਿੱਲੀ ਦੇ ਵਿੱਚ ਉਹਨਾਂ ਨੂੰ ਮਿਲਦੀ ਆ, ਦਿੱਲੀ ਦੇ ਵਿੱਚ ਪ੍ਰੋਡਕਸ਼ਨ ਬਿਜਲੀ ਦੀ ਨਹੀਂ ਹੁੰਦੀ, ਸਿਰਫ ਉਹ ਖਰੀਦ ਕੇ ਦਿੰਦੇ ਨੇ ਜਾਂ ਉੱਥੇ ਸਿਸਟਮ ਵੱਖਰਾ ਹੈ। ਪੰਜਾਬ ਦੇ ਵਿੱਚ ਜਿਵੇਂ ਦੇ ਸਮਝੌਤੇ ਸਰਕਾਰਾਂ ਨੇ ਕੀਤੇ ਹੋਏ ਨੇ, ਕਿਹੜੀ ਸਰਕਾਰ ਆਉਂਦੀ ਆ ਉਹਨੂੰ ਕਿੱਦਾਂ ਰੱਦ ਕਰਦੀ ਆ, ਕਿੱਦਾਂ ਉਹਨਾਂ ਨੂੰ ਠੀਕ ਕਰਦੀ ਆ। ਤੇ ਦੂਸਰਾ ਇਹ ਜਿਹੜੇ ਮੁਫਤ ਦੇ ਵਾਅਦੇ ਨੇ, ਨੋ ਡਾਊਟ ਉਹਨਾਂ ਨੇ ਦਿੱਲੀ ਦੇ ਵਿੱਚ ਪਰਫਾਰਮ ਕਰਕੇ ਦਿਖਾਇਆ, ਪਰ ਉਹਦਾ ਇੱਕ ਜਿਹੜਾ ਸਿਸਟਮ ਆ, ਭਗਵੰਤ ਮਾਨ ਵੀ ਕੱਲ ਇਹੀ ਗੱਲ ਕਰਦੇ ਨਜ਼ਰ ਆਏ ਕਿ ਉਹ ਆਪ ਇੱਕ ਰੈਵਨਿਊ ਦੇ ਅਫਸਰ ਰਹਿ ਚੁੱਕੇ ਨੇ, ਇਨਕਮ ਟੈਕਸ ਦੇ ਵਿੱਚ ਅਫਸਰ ਰਹਿ ਚੁੱਕੇ ਨੇ, ਇਹਨਾਂ ਨੂੰ ਸਾਰਾ ਹੀ ਪਤਾ ਹੈ ਕਿ ਪੈਸੇ ਆਉਂਦੇ ਕਿੱਥੋਂ ਆ ਤੇ ਜਾਂਦੇ ਕਿੱਥੋਂ, ਉਹਨਾਂ ਦੀਆਂ ਮੋਰੀਆਂ ਜਿਹੜੀਆਂ ਉਹ ਬੰਦ ਕੀਤੀਆਂ ਜਾਣਗੀਆਂ। ਪਰ ਕੀ ਇਹ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਨੂੰ ਇਹ ਸਾਰਾ ਕੁਝ ਨਜ਼ਰ ਨਹੀਂ ਆਉਂਦਾ? ਉਹ ਜਿਹੜੀਆਂ ਸੀਜ਼ਨ, ਪਰ ਹੁਣ ਉਹ ਇਲੈਕਸ਼ਨ ਮੋਡ ਦੇ ਵਿੱਚ ਨੇ ਤੇ ਉਹਨਾਂ ਦੇ ਕੋਲ ਦੱਸਣ ਲਈ ਸਾਰਾ ਕੁਝ ਚੰਗਾ ਆ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਪੰਜਾਬ 'ਚ ਕੋਈ ਗੱਲ ਨਹੀਂ ਜਾਂਦੀ, ਜਿਹਨੂੰ ਐਂਟੀ ਇਨਕੰਬੈਂਸੀ ਫੈਕਟਰ ਕਹੀਏ। ਜੇ ਅਕਾਲੀ ਦਲ ਦੀ ਗੱਲ ਕਰੀਏ ਤੇ ਅਕਾਲੀ ਦਲ ਦੇ ਵਿਰੋਧ 'ਚ ਗੱਲਾਂ ਜਾਂਦੀਆਂ ਕਿ ਬੀਤੇ 'ਚ ਤੁਸੀਂ ਸਰਕਾਰ ਬਣਾਈ ਤੇ ਤੁਸੀਂ ਉਹ ਕੀਤਾ। ਕਾਂਗਰਸ ਦੇ ਮਾਮਲੇ 'ਚ ਜਾਂਦਾ ਕਿ ਤੁਸੀਂ ਪਿਛਲੇ 4 ਸਾਲ 'ਚ 4.5 ਸਾਲ 'ਚ ਕੁਝ ਨਹੀਂ ਕੀਤਾ ਤੇ ਤੁਹਾਡੀ ਅੰਤਰ ਕਲਾ ਜਿਹੜੀ ਆ ਇੰਨੀ ਉਲਝੀ ਹੋਈ ਆ ਕਿ ਤੁਸੀਂ ਵੋਟਾਂ ਮੰਗਦੇ ਹਾਲੇ ਨਜ਼ਰ ਵੀ ਨਹੀਂ ਆਉਂਦੇ ਕਿਤੇ। ਤੇ ਉਹਨਾਂ ਦੇ ਮਾਮਲੇ 'ਚ ਇਹੋ ਜਿਹਾ ਕੁਝ ਨਜ਼ਰ ਨਹੀਂ ਆਉਂਦਾ। ਕੀ ਕਰਦੇ ਨੇ, ਕਿਹੋ ਜੀ ਸ਼ਕਲ ਸਾਹਮਣੇ ਲੈ ਕੇ ਆਉਂਦੇ ਨੇ, ਕੀ ਪਾਰਟੀ ਦਾ ਫੇਸ ਬਣਾਉਂਦੇ ਨੇ, ਜਾਂ ਪਿਛਲੀ ਵਾਰ ਵਾਂਗ ਦੁਵਿਧਾ ਦੇ ਵਿੱਚ ਹੀ ਸਾਡੀ ਵਾਰੀ ਆਉਣ ਤੋਂ ਪਹਿਲਾਂ ਹੀ ਟ੍ਰੇਨ ਲੰਘ ਜਾਂਦੀ ਹੈ, ਇੱਦਾਂ ਦਾ ਵੀ ਕੁਝ ਹਾਲਾਤ ਬਣਦੇ ਨੇ। ਆਉਣ ਵਾਲੇ ਸਮੇਂ ਤੋਂ ਪਤਾ ਲੱਗੇਗਾ, ਪਰ ਰਾਜਨੀਤੀ ਜਿਹੜੀ ਆ ਉਹ ਗਰਮਾਈ ਹੋਈ ਆ ਤੇ ਆਮ ਆਦਮੀ ਪਾਰਟੀ ਪੂਰੀ ਕੋਸ਼ਿਸ਼ 'ਚ ਆ ਕਿ ਪੰਜਾਬ ਦੇ ਵਿੱਚ ਉਹਨਾਂ ਦੇ ਜਿਹੜੇ ਆ ਪੈਰ ਲੱਗ ਜਾਣ ਤੇ ਸਰਕਾਰ ਇਸ ਵਾਰ ਬਣ ਜਾਵੇ। ਅਮਰਿਤ ਜੀ, ਮੁੱਦਿਆਂ ਤੇ ਚਰਚਾ ਜਾਰੀ ਰੱਖਦੇ ਹਾਂ ਪ੍ਰੈਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਕੇਜਰੀਵਾਲ ਨੇ ਮੁਫਤ ਬਿਜਲੀ ਦਾ ਐਲਾਨ ਕੀਤਾ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ, ਫਿਰ ਕਾਂਗਰਸ ਨੇ ਕੀਤਾ ਤੇ ਹੁਣ ਕਾਂਗਰਸ ਨੇ ਜੋ ਕਿਹਾ ਸੀ ਉਹ ਹੁਣੇ ਹੀ ਕਰ ਦਿੱਤਾ ਹੈ। ਬਿਲਕੁਲ ਮੁਫਤ ਬਿਜਲੀ ਦਾ ਐਲਾਨ ਕਰ ਦਿੱਤਾ ਹੈ। ਕਿਹੜੇ ਵਰਗ ਨੂੰ ਵਿੱਚ ਸ਼ਾਮਿਲ ਕੀਤਾ ਗਿਆ ਤੇ ਹੋਰ ਵੀ ਕੋਈ ਪੰਜਾਬ ਦੀ ਕੈਬਨਿਟ ਵਿੱਚ ਕੁਝ ਵਿਚਾਰਿਆ ਗਿਆ ਸਿੱਧੂ ਤੋਂ ਇਲਾਵਾ? ਜੀ ਬਿਲਕੁਲ, ਕਾਫੀ ਲੰਬਾ ਸਮਾਂ ਤੇ ਜਿਹੜੀ ਚਰਚਾ ਆ ਉਹ ਅਹੁਦੇ ਦੇਣ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਉਹਦੇ 'ਚ ਨਵਜੋਤ ਸਿੰਘ ਸਿੱਧੂ ਤੇ ਹੀ ਹੋਈ।
ਪਰ ਦੋ ਤਿੰਨ ਗੱਲਾਂ ਉਹਦੇ 'ਚ ਵਿਚਾਰੀਆਂ ਗਈਆਂ। ਇੱਕ ਤਾਂ ਬਿਜਲੀ ਦੀ ਜਿਹੜੀ ਗੱਲ ਕੀਤੀ ਆ ਉਹ 300 ਯੂਨਿਟ ਤੱਕ ਮਾਫ ਕੀਤੀ ਆ, ਜਿਹੜੇ 2 ਕਿਲੋਵਾਟ ਤੋਂ ਘੱਟ ਦੇ ਖਪਤਕਾਰ ਨੇ, ਜਿਨ੍ਹਾਂ ਕੋਲ ਛੋਟੀ ਮਿਕਦਾਰ ਦੇ ਕਨੈਕਸ਼ਨ ਨੇ ਜਾਂ ਛੋਟੀ ਜਿਨ੍ਹਾਂ ਦੀ ਖਪਤ ਆ ਉਹਦੇ 'ਤੇ ਨੇ। ਉਹਦੇ 'ਚ ਉਹਨਾਂ ਨੇ ਕਿਹਾ ਗਿਆ ਕਿ ਬਹੁਤ ਸਾਰੇ ਲੋਕਾਂ ਦਾ 80% ਲੋਕਾਂ ਦਾ ਜਿਹੜਾ ਆ ਉਹਦੇ ਵਿੱਚ ਸ਼ਾਮਿਲ ਨੇ। ਦੇਖੋ ਗੱਲ ਫਿਰ ਉੱਥੇ ਹੀ ਆ ਕਿ ਇਹ ਸਾਰਿਆਂ ਨੂੰ ਫ੍ਰੀ ਦੇਣਗੇ ਤੇ ਜੋ ਬਿਜਲੀ ਬੋਰਡ ਦਾ ਹਾਲ ਆ ਜੀ, ਉੱਥੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਨਾ ਤੇ ਕੋਈ ਇਨਫਰਾਸਟ੍ਰਕਚਰ ਆ, ਨਾ ਉਹਨਾਂ ਕੋਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਜਾਣ ਲਈ ਗੱਡੀਆਂ ਨੇ, ਨਾ ਕਿਸੇ ਖੰਭੇ ਤੇ ਚੜ੍ਹਨ ਲਈ ਕੋਈ ਪੌੜੀ ਆ, ਤੇ ਨਾ ਹੀ ਪੂਰੇ ਉਹਨਾਂ ਕੋਲ ਔਜ਼ਾਰ ਤੇ ਸਾਜੋ ਸਮਾਨ ਆ। ਜੀ, ਬਿਜਲੀ ਆਉਣ ਦਾ ਸਮਾਂ, ਬਿਜਲੀ ਜਾਣ ਦਾ ਸਮਾਂ ਤੇ ਬਿਜਲੀ ਦੇ ਇਨਫਰਾਸਟ੍ਰਕਚਰ ਦੀ ਜਿਹੜੀ ਗੱਲ ਹੈ ਜਦੋਂ ਅਸੀਂ ਕਰਦੇ ਹਾਂ ਉਹ ਫਿਰ ਦੇਖੀ ਜਾਂਦੀ ਹੈ ਤੇ ਫਿਰ ਇਸ ਤੋਂ ਖਸਤਾ ਹਾਲ ਕੋਈ ਮਹਿਕਮਾ ਨਜ਼ਰ ਨਹੀਂ ਆਉਂਦਾ। ਤੇ ਇਹ ਸਰਕਾਰਾਂ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਉਹਦੇ ਤੇ ਫ੍ਰੀ ਕਰ ਦਿਓ, ਫ੍ਰੀ ਕਰ ਦਿਓ। ਜਦੋਂ ਤੁਸੀਂ ਕਿਸੇ ਇੰਜੀਨੀਅਰ ਨਾਲ ਗੱਲ ਕਰਦੇ ਆ ਬਿਜਲੀ ਬੋਰਡ ਦੇ ਨਾਲ ਤੇ ਫਿਰ ਪਤਾ ਲੱਗਦਾ ਕਿ ਉਹਨਾਂ ਦੇ ਹਾਲਾਤ ਕੀ ਨੇ। ਈਵਨ ਇਹਨਾਂ ਕੋਲ ਬਿਜਲੀ ਬੋਰਡ ਦੇ CMD ਬੋਰਡ ਅਸੀਂ ਕਹਿ ਦਿੰਦੇ ਜਿਹੜੇ 2 ਹਿੱਸਿਆਂ 'ਚ ਵੰਡੀ ਹੋਈ ਹੈ ਇਹਨਾਂ ਨੇ, ਉਹਦੇ 'ਚ ਇਹਨਾਂ ਕੋਲ ਉੱਪਰਲੇ ਪੱਧਰ ਤੇ ਵੀ ਅਧਿਕਾਰੀਆਂ ਦੀ ਜਿਹੜੀ ਆ ਉਹ ਹਾਲੇ ਤੱਕ ਕਮੀ ਆ, ਨੌਕਰੀਆਂ ਦੀ ਨਹੀਂ ਹੈਗੀਆਂ। ਜਿਹੜੇ CMD ਨੇ ਉਹ ਵੀ ਨਹੀਂ ਹੈਗੇ। ਸਰਾਂ ਸਾਹਿਬ ਸੀ ਜਦੋਂ ਤੋਂ ਉਹਨਾਂ ਅਸਤੀਫਾ ਦਿੱਤਾ ਹੋਇਆ, ਇਹਨਾਂ ਨੇ ਕੱਲ ਪੋਸਟ ਮੰਗੀ ਆ ਕਿ CMD ਦੀ ਸਾਨੂੰ ਲੋੜ ਆ ਤੇ ਬੰਦਾ ਕੋਈ ਐਪਲੀਕੇਸ਼ਨ ਦੇਵੇ। ਬਿਜਲੀ ਮੁਫਤ ਤੇ ਕਰ ਦਿੱਤੀ, ਟਰਾਂਸਪੋਰਟ ਆਉਂਦੀ ਆ ਤੇ ਬੱਸਾਂ ਦੇ ਵਿੱਚ ਕਿਰਾਇਆ ਫ੍ਰੀ ਕਰ ਦਿੱਤਾ ਤੇ ਬੱਸਾਂ ਦੇ ਹਾਲਾਤ, ਬੱਸ ਸਟੈਂਡਾਂ ਦੇ ਹਾਲਾਤ ਜਿਹੜੇ ਨੇ ਉਹ ਦੇਖਣ ਯੋਗ ਨੇ। ਸੋ ਕੁੱਲ ਮਿਲਾ ਕੇ ਜਿਹੜੀ ਸਰਕਾਰਾਂ ਦੇ ਦਾਰੋ ਮਦਾਰ ਆ ਉਹ ਸਿਰਫ ਵੋਟਾਂ ਲੈਣ ਤੱਕ ਸੀਮਤ ਹੋਏ ਪਏ ਨੇ। ਹਾਂ, ਕੈਬਨਿਟ 'ਚ ਜਿਹੜੀ ਤੁਸੀਂ ਗੱਲ ਕੀਤੀ, ਇੱਕ ਬਿਜਲੀ ਮਾਫੀ ਤੋਂ ਇਲਾਵਾ ਉਹਨਾਂ ਨੇ ਜਿਹੜੇ ਹਾਕੀ ਪੰਜਾਬ ਦੇ ਪਲੇਅਰ ਓਲੰਪਿਕ 'ਚੋਂ ਜਿੱਤ ਕੇ ਆਏ ਸੀ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਬੁਲਾਇਆ ਸੀ। ਉਹਨਾਂ ਨੂੰ ਕਿਹਾ ਕਿ ਤੁਸੀਂ DSP ਜਾਂ ਇੰਸਪੈਕਟਰ ਪੱਧਰ ਦੀ ਨੌਕਰੀ ਕਿਸੇ ਵੀ ਡਿਪਾਰਟਮੈਂਟ 'ਚ ਆਪ ਚੁਣ ਲਓ, ਤੁਹਾਨੂੰ ਤੁਹਾਡੀ ਮਰਜ਼ੀ ਦੀ ਨੌਕਰੀ ਦੇ ਦਿੰਦੇ ਹਾਂ। ਨਾਲ ਦੀ ਨਾਲ ਉਹਨਾਂ ਨੂੰ ਕਿਹਾ ਕਿ ਜਿਹੜੇ ਪੰਜਾਬ ਦੇ 10 ਜਾਂ 11 ਪਲੇਅਰ ਜਿਹੜੇ ਓਲੰਪਿਕ 'ਚ ਖੇਲ ਕੇ ਆਏ ਆ ਉਹਨਾਂ ਦੇ ਨਾਮ 'ਤੇ ਵੱਖੋ ਵੱਖਰੀਆਂ ਥਾਵਾਂ 'ਤੇ ਉਹਨਾਂ ਦੇ ਨਾਮ 'ਤੇ ਵੱਡੇ ਜਿਹੜੇ ਹਾਕੀ ਦੇ ਸਟੇਡੀਅਮ ਆ ਉਹ ਬਣਾਏ ਜਾਣਗੇ। ਕੁਝ ਚੰਗੀ ਪਹਿਲ ਆ, ਨੌਕਰੀ ਤੇ ਚਲੋ ਮਿਲਣੀ ਆ ਉਹਨਾਂ ਨੂੰ। ਸਟੇਡੀਅਮ ਜਿਹੜੇ ਬਣਾਏ ਜਾਣੇ ਆ ਵੱਖਰੇ ਵੱਖਰੇ ਸ਼ਹਿਰਾਂ 'ਚ ਜਾਂ ਪਿੰਡਾਂ 'ਚ, ਜੇਕਰ ਕੋਈ ਇਹੋ ਜਿਹੀਆਂ ਗਰਾਊਂਡਾਂ ਬਣਦੀਆਂ ਤੇ ਲੋਕਾਂ 'ਚ, ਵਿਦਿਆਰਥੀਆਂ 'ਚ, ਆਉਣ ਵਾਲੀ ਪੀੜ੍ਹੀ ਦੇ ਵਿੱਚ ਜੇ ਖੇਡਾਂ ਦਾ ਰੁਝਾਨ ਕੁਝ ਬਣੇਗਾ ਤਾਂ ਉਹ ਇੱਕ ਚੰਗੀ ਗੱਲ ਆ। ਤੇ ਕੈਬਨਿਟ ਤੋਂ ਵੱਖਰੇ ਵੱਖਰੇ ਮੰਤਰੀਆਂ ਨੇ ਆਪਣੇ ਆਪਣੇ ਵਿਭਾਗਾਂ 'ਚ ਮੀਟਿੰਗਸ ਕੀਤੀਆਂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਬਹੁਤ ਦੇਰ ਤੋਂ ਇੱਕ ਵਿਭਾਗ ਦੀ ਉਡੀਕ 'ਚ ਸੀ ਕਿ ਮੈਨੂੰ ਕੋਈ ਮਹਿਕਮਾ ਮਿਲ ਜਾਵੇ ਮੈਂ ਕੰਮ ਕਰਾਂ, ਮਹਿਕਮਾ ਵੀ ਚੰਗਾ ਮਿਲਿਆ, ਟਰਾਂਸਪੋਰਟ ਮੰਤਰੀ ਬਣਾਏ ਗਏ। ਉਹਨਾਂ ਨੇ ਕਿਹਾ ਕਿ ਜਿਹੜੇ ਟੈਕਸ ਡਿਫਾਲਟਰ ਨੇ, ਜਿਹੜੇ ਟਰਾਂਸਪੋਰਟਰ ਆਪਣਾ ਟੈਕਸ ਨਹੀਂ ਦੇ ਰਹੇ ਬੀਤੇ ਸਮੇਂ ਤੋਂ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਪਰ ਦੇਖਣਾ ਇਹ ਵੀ ਬਣੇਗਾ ਕਿ ਤੁਸੀਂ ਕਾਰਵਾਈ ਕਿੱਦਾਂ ਕਰੋਗੇ। ਕੋਵਿਡ ਦੇ ਦੌਰਾਨ ਟਰਾਂਸਪੋਰਟਰ ਦੀਆਂ ਮੁਸ਼ਕਲਾਂ ਜਿਹੜੀਆਂ ਵਧੀਆਂ, ਉਹਨਾਂ ਦੀਆਂ ਜਿਹੜੀਆਂ ਬੱਸਾਂ ਖੜੀਆਂ ਰਹੀਆਂ ਜਾਂ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਨਹੀਂ ਚੱਲੀਆਂ, ਉਹਨਾਂ 'ਤੇ ਤੁਸੀਂ ਕਾਰਵਾਈ ਕਰੋਗੇ ਤੇ ਉਹ ਇੱਕ ਅਲੱਗ ਵਿਸ਼ਾ ਖੜਾ ਹੋਏਗਾ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਨਰਲ ਮੈਨੇਜਰ, ਹਰ ਜ਼ਿਲ੍ਹੇ ਦੇ ਵਿੱਚ ਟਰਾਂਸਪੋਰਟ ਦਾ ਜਿਹੜਾ ਇੱਕ ਜਨਰਲ ਮੈਨੇਜਰ ਆ ਉਹਦੀ ਜ਼ਿੰਮੇਵਾਰੀ ਤੈਅ ਕੀਤੀ ਜਾਊਗੀ ਕਿ ਬੱਸ ਅੱਡੇ ਦੀ ਦੇਖਭਾਲ, ਸਾਂਭ ਸੰਭਾਲ ਤੇ ਜਿਹੜੀ ਸਫਾਈ ਵਿਵਸਥਾ ਆ ਉਹ ਉਹਨਾਂ ਨੇ ਦੇਖਣੀ ਆ। ਪਰ ਸਫਾਈ ਵਿਵਸਥਾ, ਦੇਖੋ ਗੱਲ ਫਿਰ ਉੱਥੇ ਹੀ ਆ ਕਿ ਆਪਾਂ ਹੁਕਮ ਜਾਰੀ ਕਰਤਾ ਕਿ GM ਜਿਹੜਾ ਆ ਉਹ ਸਫਾਈ ਦੇਖੂਗਾ। ਯਾਰ GM ਹੁਣ ਆਪ ਤੇ ਸਫਾਈ ਕਰਨ ਹੋ ਰਿਹਾ। ਤੁਸੀਂ ਪਹਿਲਾਂ ਇਹਦਾ ਜਾਇਜ਼ਾ ਲਓ ਕਿ ਤੁਹਾਡੇ ਕੋਲ ਮੁਲਾਜ਼ਮ ਕਿੰਨੇ ਨੇ, ਸਟਾਫ ਕਿੰਨਾ ਆ, ਸਟਾਫ ਦੀ ਭਰਤੀ ਕਰੋਗੇ, ਫਿਰ ਉਹਦੇ ਜਾਂ ਫਿਰ ਠੇਕੇਦਾਰੀ ਸਿਸਟਮ 'ਚ ਲੈ ਕੇ ਆਉਂਗੇ। ਠੇਕੇਦਾਰੀ ਸਿਸਟਮ 'ਚ ਸਫਾਈ ਦੀ ਜ਼ਿੰਮੇਵਾਰੀ ਜੇ ਆਲਰੇਡੀ ਦਿੱਤੀ ਹੋਈ ਤਾਂ ਫਿਰ ਉਹਦੀ ਸਮੀਖਿਆ ਜਾਂ ਉਹਦਾ ਨਿਰੀਖਣ ਜਿਹੜਾ ਉਹ ਕੀਤਾ ਜਾਊਗਾ। ਪਰ ਫਿਰ ਵੀ ਕੁਝ ਹੱਦ ਤੱਕ ਲੋਕ ਜਿਹੜੇ ਨੇ ਉਹ ਐਕਟਿਵ ਹੋਏ ਨੇ। ਹਾਲਾਂਕਿ ਸਿੱਧੂ ਸਾਹਿਬ ਵਾਲੇ ਅਸਤੀਫੇ ਨੇ ਕੈਬਨਿਟ ਦੇ ਉੱਤੇ ਇੱਕ ਬ੍ਰੇਕ ਜੀ ਜ਼ਰੂਰ ਲਾਈ ਆ, ਪਰ ਆਉਣ ਵਾਲੇ ਦਿਨਾਂ ਵਿੱਚ ਲੱਗਦਾ ਆ ਕਿ ਉਹ ਜਦੋਂ ਜਿੱਦਾਂ ਉਹ ਮਸਲਾ ਕਿਸੇ ਪਾਸੇ ਨੂੰ ਸੁਧਰਦਾ ਆ ਤੇ ਕੈਬਨਿਟ ਵੀ ਕੁਝ ਕੰਮ ਕਰਦੀ ਨਜ਼ਰ ਆਊਗੀ, ਕਿਉਂਕਿ ਦਿਨ ਜਿਹੜੇ ਆ ਉਹ ਗਿਣਤੀ ਦੇ ਬਚੇ ਹੋਏ। ਜੀ ਰਾਜਾ ਵੜਿੰਗ ਦੀ ਤੁਸੀਂ ਗੱਲ ਕੀਤੀ, ਟਰਾਂਸਪੋਰਟ ਮਹਿਕਮਾ ਉਹਨਾਂ ਨੂੰ ਮਿਲਿਆ। ਅੱਜ ਸਵੇਰੇ ਹੀ ਤੜਕੇ ਉਹ ਪਹੁੰਚ ਗਏ ਸੀ ਬੱਸ ਦੇ ਵਿੱਚ ਸਫ਼ਰ ਕਰਨ ਲਈ। ਇਹ ਸਾਰਾ ਕੁਝ ਪਤਾ ਲਾਉਣ ਲਈ ਕਿ ਜ਼ਮੀਨੀ ਹਕੀਕਤ ਕੀ ਹੈ। ਪਰ ਜਿਹੜੀ ਅਸਲ ਦੇ ਵਿੱਚ ਹਕੀਕਤ ਹੈ, ਇੱਕ ਪਰਿਵਾਰ ਦੀ ਅਜਾਰੇਦਾਰੀ ਟਰਾਂਸਪੋਰਟ ਸਿਸਟਮ ਤੇ, ਕੀ ਉਹਦੇ ਖਿਲਾਫ ਵੀ ਕੋਈ ਕੰਮ ਕਰਨਗੇ? ਨਹੀਂ, ਹਾਲੇ ਤੱਕ ਉਹਨਾਂ ਨੇ ਇਹੋ ਜਿਹੀ ਗੱਲ ਨਹੀਂ ਕੀਤੀ, ਜਦ ਕਿ ਉਹ ਪਹਿਲਾਂ ਵੀ ਅਸੀਂ ਗੱਲ ਕਰ ਚੁੱਕੇ ਹਾਂ ਕਿ ਬਹੁਤ ਸੌਖਾ ਮਸਲਾ ਆ। ਵੀ ਜੇਕਰ ਡਿਪਾਰਟਮੈਂਟ ਤੋਂ ਜਾਣਕਾਰੀ ਲਈਏ ਕਿ ਕਿਹੜੇ ਕਿਹੜੇ ਪਰਮਿਟ ਦੇ ਨੇ ਤੇ ਕਿਹੜੀਆਂ ਕਿਹੜੀਆਂ ਬਿਨਾਂ ਪਰਮਿਟ ਤੋਂ, ਤੇ ਉਹਨਾਂ ਦੀ ਜਿਹੜੀ ਚੈਕਿੰਗ ਆ ਉਹ ਹੋ ਸਕਦੀ ਆ। ਹਾਲੇ ਤੱਕ ਉਹਨਾਂ ਨੇ ਇਹੋ ਜਿਹੀ ਕੋਈ ਗੱਲ ਕੀਤੀ ਨਹੀਂ। ਹਾਲੇ ਤੱਕ ਤਾਂ ਸਿਰਫ ਟੈਕਸ ਡਿਫਾਲਟਰ ਦੀ ਗੱਲ ਕੀਤੀ ਆ ਤੇ ਸਫਾਈ ਦੀ ਗੱਲ ਕੀਤੀ ਆ। ਦੇਖਦੇ ਆਉਣ ਵਾਲੇ ਦਿਨਾਂ 'ਚ ਕੀ ਕਰਦੇ ਆ। ਹਾਂ, ਉਹਨਾਂ ਨੇ ਝੂਟੇ ਜ਼ਰੂਰ ਸਰਕਾਰੀ ਬੱਸ 'ਚ ਲਏ ਨੇ ਤੇ ਨਾਲ ਦੀ ਨਾਲ ਉਹ ਦੱਸਿਆ ਕਿ ਮੈਂ ਦੇਖਣਾ ਚਾਹੁੰਦਾ ਕਿ ਮੈਨੂੰ ਜ਼ਮੀਨੀ ਹਕੀਕਤ ਦਾ ਪਤਾ ਲੱਗੇ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਇਹ ਹਵਾਈ ਸਰਵੇਖਣ ਰਾਹੀਂ ਹੜ੍ਹ ਦੇਖਦੇ ਤਾਂ ਉਹਦੇ ਨਾਲ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਲੱਗਦਾ। ਇੱਕ ਬੱਸ 'ਚ ਬੈਠ ਕੇ ਤੁਸੀਂ ਜ਼ਮੀਨੀ ਹਕੀਕਤ ਦਾ 10, 20, 50 ਕਿਲੋਮੀਟਰ ਦਾ ਸਫ਼ਰ ਕਰਕੇ ਜ਼ਮੀਨੀ ਹਕੀਕਤ ਬਾਰੇ ਨਹੀਂ ਜਾਣ ਸਕਦੇ। ਪਤਾ ਤੁਹਾਨੂੰ ਸਾਰਾ ਹੀ ਆ, ਅਫਸਰਾਂ ਦੀ ਤੁਹਾਡੇ ਕੋਲ ਫੌਜ ਆ, ਅਫਸਰ ਮੌਜੂਦ ਆ ਤੁਹਾਡੇ ਕੋਲ। ਜੇ ਤੁਸੀਂ ਉਹਦੀ ਹਕੀਕਤ ਦੇਖਣੀ ਹੈ ਤਾਂ ਤੁਹਾਨੂੰ ਆਲਰੇਡੀ ਉਹਦੇ ਬਾਰੇ ਪਤਾ ਆ, ਤੁਸੀਂ ਕਰ ਸਕਦੇ ਆ ਜੇ ਚਾਹੋ ਤਾਂ। ਜੀ ਅੰਮ੍ਰਿਤ ਜੀ,
ਤੇ ਹੁਣ ਦੋ ਅੰਤਰਰਾਸ਼ਟਰੀ ਪੱਧਰ ਦੀਆਂ ਖਬਰਾਂ ਨੇ ਜਿੱਤੇ ਆਪਾਂ ਤੁਹਾਡੇ ਵਿਚਾਰ ਲੈਣੇ ਨੇ। ਇੱਕ ਤਾਂ ਹੈ ਚਾਈਨਾ 'ਚ ਬਿਜਲੀ ਸੰਕਟ, ਪਹਿਲਾਂ ਇਹਦੀ ਗੱਲ, ਤੇ ਫਿਰ ਯੂਕੇ ਦੇ ਵਿੱਚ ਮਹਿੰਗਾਈ ਬੜੀ ਵਧੀ ਹੋਈ ਹੈ। ਤੇ ਪਹਿਲੇ ਚੀਨ ਦੀ ਗੱਲ ਕਰਦੇ ਹਾਂ, ਚੀਨ ਦੇ ਵਿੱਚ ਬਿਜਲੀ ਦਾ ਸੰਕਟ ਕਿਉਂ ਖੜਾ ਹੋਇਆ? ਅਸਲ 'ਚ ਚੀਨ ਦੇ ਵਿੱਚ ਬਿਜਲੀ ਦੀ ਕਮੀ ਆ ਜਾਂ ਸੰਕਟ ਆ, ਇੱਦਾਂ ਨਹੀਂ ਕਹਿ ਸਕਦੇ। ਉਹਦੀ ਵਰਤੋਂ ਦੇ ਉੱਤੇ ਰੋਕ ਲਾਉਣ ਦੀ ਗੱਲ ਹੋ ਰਹੀ ਹੈ ਜੀ। ਉਹਦੇ ਨਾਲ ਸਾਰੀ ਦੁਨੀਆ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਇਫੈਕਟ ਆ ਉਹ ਦੇਖੇ ਜਾਣਗੇ। ਖਾਸ ਤੌਰ ਤੇ ਹਿੰਦੁਸਤਾਨ ਦੇ ਵਿੱਚ ਜਿੱਦਾਂ ਮਹਿੰਗਾਈ ਜਿਹੜੀ ਆ, ਮਹਿੰਗਾਈ ਤਾਂ ਸਾਰੀ ਦੁਨੀਆ 'ਚ ਵਧੇਗੀ ਉਹਦੇ ਨਾਲ, ਕਿਉਂਕਿ ਚੀਨ ਸਾਰੀ ਦੁਨੀਆ ਨੂੰ ਬਹੁਤ ਸਾਰਾ ਸਮਾਨ ਜਿਹੜਾ ਹੈ ਉਹ ਬਣਾ ਕੇ ਭੇਜਦਾ ਤੇ ਬਹੁਤ ਸਾਰਾ ਸਮਾਨ ਇਹੋ ਜਿਹੀ ਹਾਲਾਤ 'ਚ ਭੇਜਦਾ ਜਿਹਨੂੰ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ ਰॉ ਮਟੀਰੀਅਲ ਦੇ ਤੌਰ ਤੇ ਵਰਤ ਕੇ ਜਾਂ ਅਸੈਂਬਲਿੰਗ ਪਲਾਂਟਸ ਦੇ ਤੌਰ ਤੇ ਵਰਤਿਆ ਜਾਂਦਾ। ਇੱਕ ਮੋਬਾਈਲ ਫੋਨ ਸਾਨੂੰ ਦੇਖਣ ਨੂੰ ਛੋਟਾ ਜਿਹਾ ਯੂਨਿਟ ਲੱਗਦਾ, ਪਰ ਇਹਨੂੰ ਬਣਾਉਣ ਲਈ ਵੀ 50 ਤੋਂ ਵੱਧ ਕੰਪਨੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ, ਜਿਹੜੀਆਂ ਅਲੱਗ-ਅਲੱਗ ਪਾਰਟਸ ਬਣਾ ਕੇ ਦਿੰਦੀਆਂ, ਚਾਹੇ ਉਹ ਆਈਸੀਜ਼ ਨੇ, ਚਿਪਸ ਨੇ, ਜਾਂ ਉਹਦੇ ਕੁਝ ਮੈਗਨੈਟਿਕ ਫੀਲਡ ਦੀਆਂ ਚੀਜ਼ਾਂ ਨੇ, ਉਹਦਾ ਟਰਾਂਸਮੀਟਰ ਆ, ਉਹਦੇ 'ਚ ਜਿਹੜਾ ਹੈਗਾ ਲੱਗੀ ਹੋਈ ਚਿਪ ਆ, ਉਹਦੇ ਮਾਈਕ ਆ, ਉਹਦਾ ਹੈੱਡਫੋਨ ਆ, ਉਹ ਸਾਰੀਆਂ ਚੀਜ਼ਾਂ ਅਲੱਗ-ਅਲੱਗ ਚੀਜ਼ਾਂ, ਅਲੱਗ-ਅਲੱਗ ਪਾਰਟਸ ਜਿਹੜੀਆਂ ਕੰਪਨੀਆਂ ਉਹ ਬਣਾਉਂਦੀਆਂ। ਗ੍ਰੀਨ ਹਾਊਸ ਨੂੰ ਲੈ ਕੇ, ਪ੍ਰਦੂਸ਼ਣ ਨੂੰ ਲੈ ਕੇ, ਕੋਲੇ ਦੀ ਜਿਹੜੀ ਖਪਤ ਆ ਉਹਨੂੰ ਘਟਾਉਣ ਨੂੰ ਲੈ ਕੇ ਕੁਝ ਚੀਜ਼ਾਂ ਜਿਹੜੀਆਂ ਉੱਥੇ ਬੜੇ ਲੰਬੇ ਸਮੇਂ ਤੋਂ ਚੱਲ ਰਹੀਆਂ ਤੇ ਫਿਰ ਹੁਣ ਫੈਕਟਰੀਆਂ ਦੇ ਉੱਤੇ ਜਿਹੜਾ ਆ ਉਹ ਇੱਕ ਤਰ੍ਹਾਂ ਦਾ ਪ੍ਰਤੀਬੰਧ ਲਾ ਦਿੱਤਾ ਗਿਆ ਕਿ ਬਿਜਲੀ ਤੁਹਾਨੂੰ ਜਿਹੜੀ ਆ ਉਹ ਘੱਟ ਮਿਲੇਗੀ। ਉਸ ਤੋਂ ਵੀ ਅੱਗੇ ਜਾ ਕੇ ਏਅਰ ਕੰਡੀਸ਼ਨਸ ਦੀ ਵਰਤੋਂ ਦੇ ਉੱਤੇ ਵੀ ਕੁਝ ਰੋਕਾਂ ਲਾਤੀਆਂ ਗਈਆਂ। ਜਿੱਦਾਂ ਅਸੀਂ ਬੀਤੇ ਸਮੇਂ 'ਚ ਹਿੰਦੁਸਤਾਨ 'ਚ ਪੜ੍ਹਿਆ ਸੀਗਾ ਕਿ ਸਰਕਾਰ ਇਹ ਚਾਹੁੰਦੀ ਆ ਕਿ ਜਿਹੜਾ ਏਅਰ ਕੰਡੀਸ਼ਨ ਆ ਉਹਦੀ ਜਿਹੜੀ ਟੈਂਪਰੇਚਰ ਸੈੱਟ ਕਰਤਾ ਜਾਵੇ ਕਿ 24 ਡਿਗਰੀ ਤੋਂ ਘੱਟ ਉਹ ਠੰਡਾ ਹੀ ਨਾ ਕਰੇ, ਤਾਂ ਕਿ ਜਿਹੜਾ ਵਾਤਾਵਰਣ ਆ ਉਹਨੂੰ ਬਚਾਇਆ ਜਾ ਸਕੇ। ਪੂਰੀ ਦੁਨੀਆ ਦੇ ਵਿੱਚ ਜਿਹੜਾ ਵਾਤਾਵਰਣ ਨੂੰ ਲੈ ਕੇ ਰੌਲਾ ਆ, UN ਜਾਂ WHO ਜਿਹੜਾ ਜਿੱਦਾਂ ਦੀਆਂ ਗੱਲਾਂ ਕਰਦਾ ਆ, ਗ੍ਰੀਨ ਹਾਊਸ ਦੀਆਂ ਮੀਟਿੰਗਸ ਹੁੰਦੀਆਂ ਤੇ ਉਹਦੇ 'ਚ ਅਸੀਂ ਜਾਣਦੇ ਹਾਂ ਕਿ ਕਾਰਬਨ ਐਮਿਸ਼ਨਸ ਜਿਹੜਾ ਆ ਉਹ ਜਿੰਨੇ ਵਿਕਸਿਤ ਦੇਸ਼ ਆ ਉਹ ਜ਼ਿਆਦਾ ਕਰਦੇ ਨੇ। ਅਮਰੀਕਾ ਦਾ ਸਭ ਤੋਂ ਵੱਡਾ ਯੋਗਦਾਨ ਹੈ ਉਹਦੇ 'ਚ, ਪਰ ਇਹ ਜਿਹੜੇ ਵੱਡੇ ਦੇਸ਼ ਨੇ ਕਰਦੇ ਸਭ ਤੋਂ ਜ਼ਿਆਦਾ ਆਪ ਨੇ ਤੇ ਪ੍ਰੈਸ਼ਰ ਸਭ ਤੋਂ ਜ਼ਿਆਦਾ ਵਿਕਾਸਸ਼ੀਲ ਦੇਸ਼ਾਂ ਤੇ ਪਾਉਂਦੇ ਨੇ, ਚਾਹੇ ਉਹ ਭਾਰਤ ਹੋਵੇ, ਚਾਹੇ ਉਹ ਚੀਨ ਹੋਵੇ। ਹਾਲਾਂਕਿ ਚੀਨ ਇਹਨਾਂ ਪ੍ਰੈਸ਼ਰ ਨੂੰ ਜਿੰਨਾ ਕੁ ਝੱਲਦਾ ਅਸੀਂ ਸਾਰੇ ਜਾਣਦੇ ਹਾਂ, ਪਰ ਫਿਰ ਵੀ ਸਾਨੂੰ ਉਹ ਕਾਰਬਨ ਐਮਿਸ਼ਨਸ ਲਈ ਪੈਸੇ ਵੀ ਦਿੰਦੇ ਨੇ ਇਸ ਕੰਮ ਲਈ ਕਿ ਤੁਸੀਂ ਜਿਹੜਾ ਹੈ ਉਹ ਘੱਟ ਕਰੋ। ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਪ੍ਰਭਾਵ ਆ ਉਹ ਚੀਨ ਦੇ ਉੱਤੇ ਕੁਝ ਦੇਖਣ ਨੂੰ ਮਿਲ ਰਿਹਾ। ਘਰਾਂ ਦੇ ਵਿੱਚ ਵੀ ਜਿਹੜੀ ਸਪਲਾਈ ਆ ਉਹ 'ਤੇ ਕੱਟ ਲੱਗ ਰਿਹਾ ਤੇ ਇੰਡਸਟਰੀਅਲ ਸਪਲਾਈ 'ਤੇ ਵੀ ਕੱਟ ਲੱਗ ਰਿਹਾ। ਪਰ ਜਿੱਦਾਂ ਦੀ ਸਾਰੀ ਦੁਨੀਆ ਦੀ ਅਜ਼ਾਰੇਦਾਰੀ ਸਾਰੀ ਦੁਨੀਆ 'ਤੇ ਬਣੀ ਹੋਈ ਉਹਨਾਂ ਦੀ, ਸਾਰੀ ਦੁਨੀਆ ਨੂੰ ਬਹੁਤ ਸਮਾਨ ਜਿਹੜਾ ਆ ਉਹ ਚਾਈਨਾ ਤੋਂ ਜਾ ਰਿਹਾ। ਕੱਪੜੇ ਜੇ ਦੁਨੀਆ ਦੇ ਕਿਸੇ ਹੋਰ ਮੁਲਕ 'ਚ ਵੀ ਬਣਦੇ ਆ ਤਾਂ ਉਹਦੇ ਲਈ ਪਿੱਛੋਂ ਬਣਾਉਣ ਵਾਲੀਆਂ ਚੀਜ਼ਾਂ, ਚਾਹੇ ਉਹ ਧਾਗਾ ਆ, ਚਾਹੇ ਉਹਦੇ ਅਸੈਸਰੀਜ਼ ਆ, ਉਹ ਸਾਰੀਆਂ ਜਿਹੜੀਆਂ ਆ ਬਹੁਤਾ ਕਰਕੇ ਚਾਈਨਾ ਤੋਂ ਜਾਂਦੀਆਂ। ਜੇ ਜੁੱਤੀਆਂ ਦਾ ਵੀ ਕੋਈ ਸ਼ੂਜ਼ ਦੀ ਮੈਨੂਫੈਕਚਰਿੰਗ ਆ ਉਹਦੇ 'ਚ ਵੀ ਬਹੁਤ ਸਾਰਾ ਸਮਾਨ ਜਿਹੜਾ ਉਹ ਚਾਈਨਾ ਤੋਂ ਜਾਂਦਾ। ਇਲੈਕਟ੍ਰੋਨਿਕਸ ਦੇ ਵਿੱਚ ਤਾਂ ਤੁਸੀਂ ਕੋਈ ਚੀਜ਼ ਹੈ ਹੀ ਨਹੀਂ ਜਿਹਦੇ 'ਤੇ ਗੱਲ ਕਰੋ ਤੇ ਉਹ ਚੀਨ ਤੋਂ ਨਾ ਆਉਂਦੀ ਹੋਵੇ। ਕੰਪਿਊਟਰ ਪਾਰਟਸ ਦੀ ਗੱਲ ਕਰ ਲਓ ਤੇ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਚਾਈਨਾ ਤੋਂ ਆਉਂਦੀ ਆ। ਬੀਤੇ ਸਾਲ ਦੇ ਵਿੱਚ ਹਿੰਦੁਸਤਾਨ ਦੀਆਂ ਕਾਰਾਂ ਦੀਆਂ ਕੰਪਨੀਆਂ ਨੇ 2-2 ਵਾਰ 3-3 ਵਾਰ ਆਪਣੀਆਂ ਕੀਮਤਾਂ ਵਧਾਤੀਆਂ, ਕਿਉਂਕਿ ਜਿਹੜੀਆਂ ਉਹ ECM ਚਿਪਸ ਆ, ਜਿਹੜੀਆਂ ਕੰਪਿਊਟਰਾਈਜ਼ਡ ਜਿਹੜਾ ਕਾਰ ਦੇ ਵਿੱਚ ਲੱਗੀਆਂ ਹੋਈਆਂ ਜਿਹੜੇ ਨੇ, ਉਹ ਸਾਰੇ ਚਾਈਨਾ ਤੋਂ ਆਉਂਦੇ ਨੇ ਤੇ ਉਹਨਾਂ ਦੀ ਸਪਲਾਈ ਜਿਹੜੀ ਅੱਜ ਕੱਲ੍ਹ ਰੁਕੀ ਹੋਈ ਆ। ਸੋ ਉਹ ਜਿਹੜਾ ਇਹਦਾ ਜਿਹੜੇ ਮਾਰ ਆ ਉਹ ਤਾਂ ਇਹ ਕਹਿ ਰਹੇ ਨੇ ਕਿ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਮਹਿੰਗਾਈ ਜਿਹੜੀ ਆ ਉਹ ਫੈਲ ਜਾਏਗੀ। ਪੋਸਟ ਕੋਵਿਡ ਇਫੈਕਟਸ ਵੀ ਉਹਦੇ 'ਚ ਆਉਣਗੇ ਤੇ ਚਾਈਨਾ ਦੇ ਵਿੱਚ ਜਿਹੜਾ ਇੱਕ ਇਹ ਗ੍ਰੀਨ ਹਾਊਸ ਦਾ ਜਾਂ ਜਿਹੜਾ ਵਾਤਾਵਰਣ ਦਾ ਸੰਕਟ ਹੈ ਉਹ ਵੀ ਉਹਦੇ ਲਈ ਜ਼ਿੰਮੇਵਾਰ ਹੋਵੇਗਾ। ਤੇ ਹੁਣ ਯੂਕੇ ਦੀ ਗੱਲ ਕਰੀਏ, ਯੂਕੇ 'ਚ ਮਹਿੰਗਾਈ ਦੀ ਗੱਲ ਹੈ, ਮਹਿੰਗਾਈ ਕਿਸ ਕਰਕੇ ਹੋ ਰਹੀ ਹੈ? ਯੂਕੇ ਦੀ ਜਿਹੜੀ ਮਹਿੰਗਾਈ ਆ ਉਹਦੇ ਕੁਝ ਵੱਖਰੇ ਕਾਰਨ ਨੇ। ਸਰਕਾਰ ਨੇ ਬਹੁਤ ਲੰਬੇ ਸਮੇਂ ਤੋਂ, ਕਾਫੀ ਦੇਰ ਤੋਂ, ਜਦੋਂ ਤੋਂ ਯੂਕੇ ਨੇ ਯੂਰਪ ਨਾਲੋਂ ਆਪਣਾ ਜਿਹੜਾ ਆ ਉਹ ਨਾਤਾ ਤੋੜ ਲਿਆ ਕਿ ਯੂਕੇ ਜਿਹੜਾ ਆ ਉਹ ਯੂਰਪ ਦਾ ਹਿੱਸਾ ਨਹੀਂ ਰਹੇਗਾ, ਤੇ ਉੱਥੇ ਜਿਹੜੇ ਡਰਾਈਵਿੰਗ ਦੇ ਸੀਗੇ ਲੋਕ, ਡਰਾਈਵਿੰਗ ਸਕਿੱਲਸ ਦੇ ਵਿੱਚ ਸੀ, ਉਹ ਫਿਰ ਜਿਹੜੇ ਯੂਰਪ ਦੇ ਵੱਖਰੇ ਵੱਖਰੇ ਦੇਸ਼ਾਂ ਦੇ ਸੀ ਉਹ ਯੂਰਪ ਵੱਲ ਹੌਲੀ ਸੈਟਲ ਹੋ ਗਏ ਤੇ ਇਹਨਾਂ ਨੇ ਬਹੁਤੀ ਉਸ ਚੀਜ਼ ਵੱਲ ਧਿਆਨ ਜਿਹੜਾ ਉਹ ਨਹੀਂ ਦਿੱਤਾ। ਤੇ ਫਿਰ ਯੂਕੇ ਦੇ ਵਿੱਚ ਡਰਾਈਵਿੰਗ ਲਾਇਸੈਂਸ ਲੈਣ ਲਈ ਯੂਕੇ ਦੇ ਬੰਦੇ ਦਾ ਹੋਣਾ ਜ਼ਰੂਰੀ ਸੀ ਤੇ ਯੂਰਪ ਵਾਲੇ ਬੰਦੇ ਇੱਧਰ ਕੰਮ ਨਹੀਂ ਸੀ ਕਰਦੇ। ਹੁਣ ਇੱਕ ਖਬਰ ਇੱਥੇ ਤੱਕ ਪਹੁੰਚੀ ਆ ਕਿ ਉੱਥੇ 1,00,000 ਤੋਂ ਜ਼ਿਆਦਾ ਡਰਾਈਵਰਸ ਦੀ ਲੋੜ ਆ ਤੇ ਯੂਕੇ ਜਿੰਨਾ ਕੁ ਵੱਡਾ ਆ, ਜਿੰਨਾ ਕੁ ਅਸੀਂ ਜਾਣਦੇ ਹਾਂ, ਜੇ ਉੱਥੇ 1,00,000 ਬੰਦੇ ਦੀ ਲੋੜ ਆ, ਇਟ ਮੀਨਸ ਦੇ ਆਰ ਸਟਾਪਡ ਆਲਮੋਸਟ। 90% ਤੋਂ ਜ਼ਿਆਦਾ ਉੱਥੇ ਜਿਹੜੇ ਪੈਟਰੋਲ ਪੰਪਸ ਆ, ਗੈਸ ਸਟੇਸ਼ਨਸ ਜਿਹਨਾਂ ਨੂੰ ਅਸੀਂ ਉੱਥੇ ਕਹਿੰਦੇ ਆ, ਉਹ ਉੱਥੇ ਡਰਾਈ ਹੋਏ ਨੇ ਤੇ ਲਗਭਗ ਸਾਰੇ ਹੀ ਮੁਲਕ ਦੇ ਵਿੱਚ ਵੱਡੀਆਂ ਦੁਕਾਨਾਂ ਦੇ ਉੱਤੇ ਸਮਾਨ ਜਿਹੜਾ ਆ ਉਹ ਨਹੀਂ ਮਿਲ ਰਿਹਾ ਤੇ ਜਦੋਂ ਕੋਈ ਸਮਾਨ ਨਹੀਂ ਮਿਲਦਾ ਫਿਰ ਉਹਦੀ ਕੀਮਤ ਤੇ ਵੱਧਦੀ ਹੋਈ ਆ। ਹੁਣ ਉਹਨਾਂ ਨੇ ਕਾਲ ਦੇ ਵਿੱਚ ਫੈਸਲਾ ਕੀਤਾ ਕਿ 10,000 ਤੋਂ ਜ਼ਿਆਦਾ ਅਸੀਂ ਐਮਰਜੈਂਸੀ ਵੀਜ਼ੇ ਜਿਹੜੇ ਆ ਉਹ ਦੇਵਾਂਗੇ ਡਰਾਈਵਰਸ ਨੂੰ, 3 ਮਹੀਨੇ ਲਈ, 5 ਮਹੀਨੇ ਲਈ ਜਾਂ 6 ਮਹੀਨੇ ਲਈ ਜਾਂ ਸਾਲ ਲਈ,
ਲੰਬੀ ਪਾਲਿਸੀ ਦੇ ਬਾਅਦ ਚ ਬਣਾਉਣਗੇ। ਪਹਿਲਾਂ ਉਹਨਾਂ ਨੇ ਕਾਲੀ ਦੇ ਵਿੱਚ 10,000 ਬੰਦੇ ਨੂੰ ਬੁਲਾ ਕੇ ਤੇ ਕੰਮ ਨੂੰ ਜਿਹੜਾ ਚਾਲੂ ਰੱਖਣ ਦੀ ਗੱਲ ਕੀਤੀ ਆ। ਪਰ ਇਹਦੇ ਵਿੱਚ ਵੀ ਫਿਰ ਉਹੀ ਗੱਲ ਆਉਂਦੀ ਆ ਕਿ ਜੇਕਰ ਇੰਨੇ ਵਿਕਸਿਤ ਮੁਲਕ ਵੀ ਆਪਣੀਆਂ ਸਥਿਤੀਆਂ ਨੂੰ ਨਹੀਂ ਸਮਝਦੇ ਜਾਂ ਉਹ ਸਾਰੀਆਂ ਚੀਜ਼ਾਂ ਨੂੰ ਨਹੀਂ ਉਹ ਕਰਦੇ, ਫਿਰ ਇਹਦੇ ਵਿੱਚ ਹੋ ਸਕਦਾ ਇੱਥੇ ਵੀ ਕਿਤੇ ਨਾ ਕਿਤੇ ਕਾਰਪੋਰੇਟਸ ਦਾ ਹੀ ਜਿਹੜਾ ਰੌਲਾ ਬਾਅਦ ਵਿੱਚ ਸਾਹਮਣੇ ਉਹ ਆਵੇ। ਜੀ ਸ਼ਰਮਾ ਜੀ, ਵੱਖ-ਵੱਖ ਮੁੱਦਿਆਂ ਤੇ ਤੁਸੀਂ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਦਰਸ਼ਕੋ, ਤੁਹਾਡਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਅੱਜ ਦੇ ਇਸ ਸਿਲਸਿਲੇ ਨਾਲ ਜੁੜਨ ਲਈ। ਨਵੇਂ ਮੁੱਦਿਆਂ ਦੇ ਨਾਲ ਫੇਰ ਤੋਂ ਹੋਵਾਂਗੇ ਹਾਜ਼ਰ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।